ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਲੈ ਕੇ, ਕੁਝ ਕੋਵਿਡ-19 ਬਾਰੇ ਅਪਡੇਟਸ ਲੈ ਕੇ ਅਤੇ ਕੁਝ ਮਹਿਮਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ। ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਇਹ ਕੋਵਿਡ-19 ਚੱਲ ਰਿਹਾ ਆ, ਇਹਦੇ ਪ੍ਰਭਾਵ ਦੇ ਵਿੱਚ ਪੂਰੀ ਦੁਨੀਆ ਆਈ ਹੈ, ਕੈਨੇਡਾ ਵੀ ਉਹਦਾ ਇੱਕ ਹਿੱਸਾ ਆ। ਬਹੁਤ ਸਾਰੇ ਕੰਮ ਜਿਹੜੇ ਪਿੱਛੇ ਪੈ ਰਹੇ ਨੇ, ਬਹੁਤ ਸਾਰੇ ਕੰਮਾਂ ਦੇ ਵੱਲ ਸਾਡਾ ਧਿਆਨ ਹਟ ਗਿਆ, ਬਹੁਤਾ ਜ਼ਿਆਦਾ ਫੋਕਸ ਇਸ ਬਿਮਾਰੀ ਦੇ ਉੱਤੇ ਹੀ ਲੱਗਿਆ ਪਿਆ। ਪਰ ਕੁਛ ਕੁ ਇਹੋ ਜਿਹੇ ਕੰਮ ਨੇ ਜਿਨ੍ਹਾਂ ਨੂੰ ਕਰਨਾ ਸਾਡੀ ਕਮਿਊਨਿਟੀ ਦੀ, ਸਾਡੀ ਖਾਸ ਕਰ ਲੋੜ ਆ। BC ਦੇ ਵਿੱਚ, ਸਰੀ ਦੇ ਵਿੱਚ ਕੁਛ ਕੁ ਮੁੱਦੇ ਇਹੋ ਜਿਹੇ ਨੇ ਜਿਹੜੇ ਸਾਡਾ ਧਿਆਨ ਮੰਗਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਪੰਜਾਬੀ। ਸਕੂਲਾਂ ਦੇ ਵਿੱਚ ਪੰਜਾਬੀ ਬਹੁਤ ਔਖੇ ਹੋ ਕੇ ਇਹ ਲਾਗੂ ਕੀਤੀ ਗਈ ਆ। ਉਹਦੇ ਸੰਬੰਧੀ ਜਿਹੜੀ ਪਲੀ ਆ, ਉਹਦੇ ਤੋਂ ਸਰਦਾਰ ਬਲਵੰਤ ਸੰਘੇੜਾ ਜੀ ਕੋਈ ਤੁਹਾਨੂੰ ਸੁਨੇਹਾ ਦੇਣਾ ਚਾਹੁੰਦੇ ਨੇ, ਪੰਜਾਬੀ ਨੂੰ ਕਿੱਦਾਂ ਲਾਗੂ ਕੀਤਾ ਜਾ ਸਕਦਾ, ਕੀ ਉਹਦੇ ਲਈ ਮਾਪਿਆਂ ਨੂੰ ਕਰਨਾ ਚਾਹੀਦਾ, ਜਾਂ ਇਸ ਵੇਲੇ ਜਿਹੜਾ ਅਸੀਂ ਕੋਵਿਡ-19 ਦੀਆਂ ਸਾਰੀਆਂ ਖਬਰਾਂ ਦੇ ਵਿੱਚ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ, ਇਹਦਾ ਕੀ ਅਰਥ ਆ ਔਰ ਇਹ ਕਿਉਂ ਜ਼ਰੂਰੀ ਆ। ਸਕੂਲ ਬੰਦ ਨੇ, ਤੁਹਾਨੂੰ ਸਾਰਿਆਂ ਨੂੰ ਪਤਾ, ਉਦੋਂ ਕਦੋਂ ਖੁੱਲ੍ਹਣੇ ਆ ਇਹਦੇ ਬਾਰੇ ਵੀ ਕਿਸੇ ਨੂੰ ਕੁਛ ਨਹੀਂ ਪਤਾ, ਸਾਰਾ ਕੁਛ ਅਨਸਰਟਨ ਆ। ਪਰ ਕੁਛ ਕੁ ਕੰਮ ਜਿਹੜੇ ਨੇ ਉਹ ਆਪਣੇ ਹਿਸਾਬ ਕਿਤਾਬ ਨਾਲ ਚੱਲੀ ਜਾਂਦੇ ਨੇ। ਸਰਕਾਰ ਨੇ ਬਹੁਤ ਸਾਰੇ ਕੰਮ ਅੱਗੇ ਪਾ ਦਿੱਤੇ, ਚਾਹੇ ਉਹ ਟੈਕਸ ਦੇ ਆ, ਕੋਈ ਮੌਰਗੇਜਸ ਦਾ, ਪਰ ਕੁਛ ਕੰਮ ਉਸੇ ਤਰ੍ਹਾਂ ਚੱਲ ਰਹੇ ਨੇ ਜਿਨ੍ਹਾਂ ਨੂੰ ਸਮੇਂ ਸਿਰ ਕਰਨਾ ਜ਼ਰੂਰੀ ਹੈ। ਸਾਡਾ ਧਿਆਨ ਉੱਧਰ ਜਾਣਾ ਜ਼ਰੂਰੀ ਹੈ। ਸੋ ਇਹੋ ਜਿਹੇ ਸਮੇਂ ਦੇ ਉੱਤੇ ਇੱਕ ਬੜੀ ਮਹੱਤਵਪੂਰਨ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਹੈ। ਅਸਲ ਦੇ ਵਿੱਚ ਅਪੀਲ ਜਿਹੜੀ ਪਲੀ ਵੱਲੋਂ ਸੰਘੇੜਾ ਸਾਹਿਬ ਨੇ ਕਰਨੀ ਹੈ ਤੁਹਾਡੇ ਨਾਲ। ਸਾਡੇ ਨਾਲ ਨੇ ਸਰਦਾਰ ਬਲਵੰਤ ਸੰਘੇੜਾ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੰਘੇੜਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ, ਜੀ ਆਇਆਂ ਨੂੰ। ਹਾਂਜੀ, ਇਸ ਕਾਰਨ ਬਹੁਤ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ। ਜੀ ਸੰਘੇੜਾ ਸਾਹਿਬ, ਕੀ ਅਪੀਲ ਔਰ ਕੀ ਇਸ਼ੂ ਆ ਇਸ ਵੇਲੇ ਪੰਜਾਬੀ ਦਾ ਸਕੂਲਾਂ ਦੇ ਵਿੱਚ ਜੀ? ਹਾਂਜੀ, ਇਸ ਕਾਰਨ ਜੀ, ਤੁਸੀਂ ਜਾਣਦੇ ਹੋ ਕਿ ਸਰੀ ਆਪਣਾ ਪੰਜਾਬੀਆਂ ਦਾ ਗੜ੍ਹ ਆ ਇਸ ਵੇਲੇ ਜੀ। ਔਰ ਪਲੀ ਹੈ ਜਿਹੜੀ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ, ਅਸੀਂ ਪਿਛਲੇ 25 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਾਂ ਪੰਜਾਬੀ ਨੂੰ ਪ੍ਰਮੋਟ ਕਰਨ ਦੀ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਕਮਿਊਨਿਟੀ ਵਿੱਚ, ਔਰ ਸਾਨੂੰ ਕਾਫੀ ਕਾਮਯਾਬੀ ਵੀ ਹੋਈ ਹੈ। ਔਰ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪਬਲਿਕ ਨਾਲ ਤੁਹਾਡੇ ਥਰੂ ਇਹ ਸੰਪਰਕ ਜਾਰੀ ਰੱਖੀਏ ਜੀ। ਹੁਣ ਜਿਹੜੀ ਕਰੰਟ ਸਿਚੁਏਸ਼ਨ ਹੈ ਇਸ ਕਾਰਨ, ਉਹ ਇਹ ਹੈ ਕਿ ਇਸ ਹਫਤੇ ਸਰੀ ਸਕੂਲ ਬੋਰਡ ਵੱਲੋਂ 6 ਐਲੀਮੈਂਟਰੀ ਸਕੂਲਾਂ ਦੇ ਗ੍ਰੇਡ 4 ਦੇ ਬੱਚਿਆਂ ਨੂੰ ਫਾਰਮ ਈਮੇਲ ਕਰ ਦਿੱਤੇ ਗਏ ਹਨ। ਅੱਛਾ ਜੀ। BC ਐਜੂਕੇਸ਼ਨ ਪ੍ਰਣਾਲੀ ਦੇ ਮੁਤਾਬਕ ਬੱਚਿਆਂ ਨੂੰ ਗ੍ਰੇਡ 5, 6, 7 ਤੇ 8 ਚੌਹਾਂ ਗ੍ਰੇਡਾਂ ਵਿੱਚ ਸੈਕੰਡ ਲੈਂਗੁਏਜ, ਦੂਜੀ ਭਾਸ਼ਾ ਜ਼ਰੂਰ ਪੜ੍ਹਨੀ ਪੈਂਦੀ ਹੈ, ਔਰ ਇਹਨਾਂ 6 ਵਿੱਚੋਂ ਪੰਜਾਬੀ ਵੀ ਇੱਕ ਹੈ। ਅਸੀਂ ਇਸ ਲਈ ਆਪਣੇ ਵੀਰ ਮੋਹ ਸੋਤਾ ਦੇ ਬਹੁਤ ਧੰਨਵਾਦੀ ਹਾਂ, ਕਿਉਂਕਿ ਜਦੋਂ NDP ਦੀ ਗਵਰਨਮੈਂਟ ਐਜੂਕੇਸ਼ਨ ਮਿਨਿਸਟਰ ਸੀ ਤਾਂ ਉਹਨਾਂ ਨੇ ਪੰਜਾਬੀ ਨੂੰ ਵੀ ਮਨਜ਼ੂਰੀ ਦਵਾਈ। ਸੋ ਇਸ ਵੇਲੇ ਪੰਜਾਬੀ ਸੈਕੰਡ ਲੈਂਗੁਏਜ ਅਪਰੂਵਡ ਆ, ਤੇ ਅਸੀਂ ਚਾਹੁੰਦੇ ਹਾਂ ਕਿ ਇਸ ਦਾ ਜਿੰਨਾ ਵੀ ਫਾਇਦਾ ਉਠਾਇਆ ਜਾਵੇ ਉਠਾਈਏ। ਸੋ ਇਸ ਹਫਤੇ ਸਰੀ ਸਕੂਲ ਬੋਰਡ ਨੇ 6 ਐਲੀਮੈਂਟਰੀ ਸਕੂਲਾਂ ਦੇ ਗ੍ਰੇਡ 4 ਦੇ ਬੱਚਿਆਂ ਨੂੰ, ਜਿਹਨੇ ਸਤੰਬਰ ਵਿੱਚ ਗ੍ਰੇਡ 5 'ਚ ਜਾਣਾ, ਉਹਨਾਂ ਨੂੰ ਫਾਰਮ ਈਮੇਲ ਕੀਤੇ ਆ। ਔਰ ਇਹ 6 ਸਕੂਲ ਹਨ: ਬੀਵਰ ਕ੍ਰੀਕ, ਚਿਮਨੀ ਹਿਲ, ਨਿਊਟਨ, ਗ੍ਰੀਨ ਟਿੰਬਰਸ, ਟੀ ਸਕਾਟ ਅਤੇ ਸਟ੍ਰਾਬੇਰੀ ਹਿਲ। ਇਹ 6 ਐਲੀਮੈਂਟਰੀ ਸਕੂਲ ਹਨ। ਸੋ ਅਸੀਂ ਅਪੀਲ ਕਰਦੇ ਹਾਂ, ਮੈਂ ਪਲੀ ਵੱਲੋਂ ਅਪੀਲ ਕਰਦਾ ਹਾਂ ਕਿ ਮਾਪਿਆਂ ਨੂੰ, ਜਿਹੜੇ ਗ੍ਰੇਡ 4 ਬੱਚੇ ਇਹਨਾਂ ਦੇ ਮਾਪਿਆਂ ਨੂੰ, ਵੀ ਉਹ ਫਾਰਮ ਛੇਤੀ ਤੋਂ ਛੇਤੀ ਭਰੋ, ਕੰਪਲੀਟ ਕਰਕੇ। ਉੱਥੇ ਚੋਇਸ ਦਿੱਤੀ ਹੋਈ ਹੈ ਇਹਨਾਂ ਨੂੰ, ਮਾਪਿਆਂ ਨੂੰ, ਕਿ ਤੁਸੀਂ ਆਪਣੇ ਬੱਚੇ ਨੂੰ 5ਵੀਂ ਤੋਂ 8ਵੀਂ ਤੱਕ ਫ੍ਰੈਂਚ ਪੜ੍ਹਾਉਣੀ ਚਾਹੁੰਦੇ ਹੋ, ਫਰਾਂਸੀਸੀ ਜਾਂ ਪੰਜਾਬੀ। ਸੋ ਅਸੀਂ ਇਹ ਅਪੀਲ ਕਰ ਰਹੇ ਹਾਂ ਮਾਪਿਆਂ ਨੂੰ ਕਿ ਤੁਸੀਂ ਪੰਜਾਬੀ ਮਾਰਕ ਕਰੋ ਨਾ ਫਾਰਮਾਂ 'ਤੇ, ਫਾਰਮਾਂ ਨੂੰ ਭਰ ਕੇ ਈਮੇਲ ਰਾਹੀਂ ਜਿੰਨੀ ਛੇਤੀ ਵੀ ਹੋ ਸਕਦਾ ਹੈ ਆਪਣੇ ਬੱਚੇ ਦੇ ਸਕੂਲ ਪਹੁੰਚਾਓ, ਈਮੇਲ ਕਰੋ। ਤੇ 30 ਅਪ੍ਰੈਲ ਡੈਡਲਾਈਨ ਹੈ, ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਮਾਪਿਆਂ ਨੂੰ ਅਸੀਂ ਇਹ ਜਾਣਕਾਰੀ ਦਈਏ। ਔਰ ਦੂਸਰੇ ਈਮੇਲਾਂ ਕਾਫੀ ਆ ਰਹੀਆਂ ਮਾਪਿਆਂ ਨੂੰ ਸਕੂਲ ਬੋਰਡ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਕੋਵਿਡ ਕ੍ਰਾਈਸਿਸ ਕਰਕੇ ਸਭ ਕੁਝ ਆਨਲਾਈਨ ਹੈ, ਸਕੂਲ ਵੀ ਆਨਲਾਈਨ ਹੈ, ਔਰ ਸਾਡੀ ਉਮੀਦ ਹੈ ਕਿ ਛੇਤੀ ਹੀ ਸਕੂਲ ਘੱਟੋ ਘੱਟ ਪਾਰਟ ਟਾਈਮ ਬੇਸਿਸ ਤੇ ਖੁੱਲ੍ਹ ਜਾਣਗੇ। ਤੇ ਸੋ ਇਸ ਕਰਕੇ ਮਾਪਿਆਂ ਨੂੰ ਅਪੀਲ ਹੈ ਕਿ ਇਹ ਈਮੇਲ ਕਰੋ ਜਿੰਨੀ ਛੇਤੀ ਵੀ ਹੋ ਸਕਦਾ ਹੈ,
ਜੇ ਤੁਹਾਨੂੰ ਲੋੜ ਆ ਆਪਣੇ ਜੋ ਤੁਹਾਡੇ ਘਰ ਵਿੱਚ ਤੁਹਾਡਾ ਬੱਚਾ ਵੱਡਾ ਕੋ ਬੱਚਾ ਜਿਹੜਾ ਈਮੇਲ ਦਾ ਕਾਫੀ ਸਾਵੀ ਆ ਜਾਂ ਦੋਸਤ ਮਿੱਤਰ ਆ, ਉਹਨਾਂ ਨੂੰ ਕਹੋ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਉਹਨਾਂ ਤੋਂ ਈਮੇਲ ਕਰਾਓ ਅਤੇ ਛੇਤੀ ਤੋਂ ਛੇਤੀ ਇਹ ਫਾਰਮ ਬੱਚੇ ਦੇ ਸਕੂਲ 'ਚ ਪਹੁੰਚਾਓ। ਔਰ ਇਸੇ ਦੇ ਨਾਲ ਹੀ 4 ਹਾਈ ਸਕੂਲ ਹਨ ਆਪਣੇ ਜਸਕਰਨ ਜੀ। ਜੀ ਜੀ ਇਹ 4 ਜੀ ਹਾਈ ਸਕੂਲ ਹਨ, ਪ੍ਰਿੰਸੈਸ ਮਾਰਗਰੇਟ, ਐਨਵਰ ਕ੍ਰੀਕ, ਫਰੈਂਕਹਰਟ ਜੀ ਅਤੇ ਟਮੈਨਵਸ। ਇੱਥੇ ਗ੍ਰੇਡ 8 ਤਾਈਂ ਪੰਜਾਬੀ ਚੱਲੂਗੀ। ਜਿੱਦਾਂ ਬੱਚੇ ਜਾਂ ਗ੍ਰੇਡ 5 6 7 ਇਹਨਾਂ ਐਲੀਮੈਂਟਰੀ ਸਕੂਲਾਂ 'ਚ ਪੜ੍ਹਦੇ ਆ ਤੇ ਜ਼ਿਆਦਾ ਨਹੀਂ ਹਾਈ ਸਕੂਲਾਂ 'ਚ ਜਾਣਾ, ਤਾਂ ਇਹਨਾਂ ਚੌਹਾਂ ਹਾਈ ਸਕੂਲਾਂ ਵਿੱਚ ਵੀ ਉਹਨਾਂ ਨੂੰ ਪੰਜਾਬੀ 8 ਮਿਲੂਗੀ। ਸੋ ਇਸ ਲਈ ਸਾਡੇ ਲਈ ਬਹੁਤ ਸੋਹਣਾ ਮੌਕਾ ਹੈ, ਇਹ ਆਪਣੇ ਲਈ ਸੁਨਹਿਰੀ ਮੌਕਾ ਹੈ ਕਿ ਆਪਾਂ ਇਸ ਦਾ ਪੂਰਾ ਫਾਇਦਾ ਉਠਾਈਏ। ਜੀ। ਸੋ ਇਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਤੁਸੀਂ ਸਾਨੂੰ ਮੌਕਾ ਦਿੱਤਾ। ਔਰ ਤੁਹਾਡੇ ਥਰੂ ਮੈਂ ਆਪਣੇ ਮਾਪਿਆਂ ਨੂੰ ਫਿਰ ਇੱਕ ਵਾਰ ਅਪੀਲ ਕਰਦਾ ਹਾਂ ਕਿ ਇਹ ਠੀਕ ਹੈ, ਹੋਰ ਵੀ ਤੁਹਾਨੂੰ ਈਮੇਲ ਆਈਆਂ ਸਕੂਲ ਬੋਰਡ ਵੱਲੋਂ, ਇਹ ਵੀ ਉਨੀ ਜ਼ਰੂਰੀ ਆ ਜਿੰਨੀਆਂ ਉਹ ਈਮੇਲਾਂ। ਸੋ ਇਸ ਕਰਕੇ ਛੇਤੀ ਤੋਂ ਛੇਤੀ ਜਵਾਬ ਦਿਓ, ਈਮੇਲ ਕਰੋ ਆਪਣੇ ਸਕੂਲ ਬੱਚੇ ਦੇ ਸਕੂਲ। ਸੰਘੜਾ ਸਾਹਿਬ ਇੱਕ ਵਾਰੀ ਸਾਨੂੰ ਦੱਸਿਓ, ਬਹੁਤੇ ਮਾਪੇ ਕਈ ਵਾਰੀ ਫਰੈਂਚ ਚੁਣਨਾ ਚਾਹੁੰਦੇ ਹੁੰਦੇ ਆ ਵੀ ਨੌਕਰੀ ਮਿਲਣ ਦੇ ਚਾਂਸ ਵੱਧ ਜਾਂਦੇ ਆ, ਪੰਜਾਬੀ ਤਾਂ ਨਿਆਣੇ ਨੂੰ ਆ ਹੀ ਜਾਣੀ ਆ, ਪੰਜਾਬੀ ਕਿਉਂ ਚੂਜ਼ ਕਰਨ ਜੀ? ਇਹ ਪੰਜਾਬੀ ਸਨ ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਅਸੀਂ ਇਹ ਕਹਿ ਰਹੇ ਹਾਂ ਕਿ ਆਪਣਾ ਫਰਜ਼ ਕੀਤਾ BC 'ਚ ਆ, ਖਾਸ ਕਰ ਜੀ BC ਜਾਂ ਬਰੈਂਪਟਨ ਜਾਂ ਐਬਟਸਫੋਰਡ, ਇਹੋ ਜਿਹੇ ਥਾਵਾਂ ਤੇ ਪੰਜਾਬੀ ਜਿਹੜੀ ਆ, ਕੈਲਗਰੀ ਤੇ ਐਡਮਿੰਟਨ ਵੀ ਰੁਜ਼ਗਾਰ ਦੀ ਭਾਸ਼ਾ ਬਣ ਗਈ। ਇਸ ਕਰਕੇ ਬੱਚਿਆਂ ਨੂੰ ਪੰਜਾਬੀ ਦੀ ਜ਼ਿਆਦਾ ਲੋੜ ਆ, ਪੰਜਾਬੀ ਦਾ ਜ਼ਿਆਦਾ ਫਾਇਦਾ। ਠੀਕ ਹੈ, ਫ੍ਰੈਂਚ ਵੀ ਆਪਣੀ ਸੈਕੰਡ ਲੈਂਗੁਏਜ ਹੈ, ਆਪਣੀ ਅਫੀਸ਼ੀਅਲ ਲੈਂਗੁਏਜ ਹੈ ਅੰਗਰੇਜ਼ੀ ਦੇ ਨਾਲ। ਔਰ ਜੀ ਬੱਚਿਆਂ ਨੂੰ ਬਾਅਦ ਵਿੱਚ ਮੌਕਾ ਮਿਲੂਗਾ ਫ੍ਰੈਂਚ ਪੜ੍ਹਨ ਦਾ ਵੀ, ਕਿਉਂਕਿ ਜਦ ਇਹਨਾਂ ਬੱਚਿਆਂ ਨੇ ਗ੍ਰੇਡ 8 ਤੇ ਪੰਜਾਬੀ ਲੈ ਲਈ, ਜਿਹੜਾ ਗ੍ਰੇਡ 9 10 ਆ, ਉਦੋਂ ਇਹਨਾਂ ਨੂੰ ਮੌਕਾ ਹੋਊਗਾ ਕਿ ਇਹ ਫ੍ਰੈਂਚ ਵੀ ਲੈ ਸਕਦੇ ਆ। ਤੇ ਫਿਰ ਗ੍ਰੇਡ 11 12 ਵਿੱਚ ਪੰਜਾਬੀ ਲੈ ਕੇ ਯੂਨੀਵਰਸਿਟੀ ਲਈ ਕੁਆਲੀਫਾਈ ਕਰਨਗੇ। ਸੋ ਮੌਕਾ ਮਿਲੂਗਾ ਇਹਨਾਂ ਨੂੰ ਫ੍ਰੈਂਚ ਲੈਣ ਦਾ ਵੀ। ਲੇਕਿਨ ਅੰਡਰ ਪ੍ਰੈਜ਼ੈਂਟ ਸਰਕਮਸਟੈਂਸਿਸ ਸਾਡਾ ਇਹ ਖਿਆਲ ਆ, ਸਾਡੀ ਇਹ ਜਿੱਦਾਂ ਵਿਚਾਰ ਆ ਕਿ ਪੰਜਾਬੀ ਦਾ ਆਪਾਂ ਨੂੰ ਜ਼ਿਆਦਾ ਫਾਇਦਾ, ਕਿਉਂਕਿ ਇਹ ਬੱਚੇ ਇਕੱਲੇ ਪੰਜਾਬੀ ਸਿਰਫ ਜੌਬਸ ਲਈ ਨਹੀਂ, ਬਾਕੀ ਆਪਣੇ ਗ੍ਰੈਂਡ ਪੇਰੈਂਟਸ ਨਾਲ, ਬਾਕੀ ਆਪਣੇ ਰਿਸ਼ਤੇਦਾਰਾਂ ਨਾਲ ਪੰਜਾਬੀ 'ਚ ਵਾਰਤਾਲਾਪ ਕਰ ਸਕਦੇ ਆ। ਔਰ ਇੱਕ ਹੋਰ ਹੈ ਜਿਸ ਕਾਰਨ ਫਾਇਦਾ ਜਿਹੜਾ ਹੋਰ ਜਿਹੜੀ ਆਪਾਂ ਦੂਜੀ ਭਾਸ਼ਾ ਲਰਨ ਕਰਦੇ ਆ, ਉਹਦੇ ਨਾਲ ਜਿਹੜੀ ਦਿਮਾਗੀ ਤਾਕਤ ਹੈ ਉਹ ਵੀ ਬਹੁਤ ਵੱਧਦੀ ਆ, ਕੋਗਨੀਟਿਵ ਐਬਿਲਿਟੀਜ਼ ਬਹੁਤ ਫਰਕ ਪੈਂਦਾ ਹੈ। ਔਰ ਦੂਸਰੇ ਆਪਣਾ ਟ੍ਰੇਡ ਆ ਪੰਜਾਬ ਨਾਲ ਜਾਂ ਇੰਡੀਆ ਨਾਲ, ਜਦ ਇਹਨਾਂ ਬੱਚਿਆਂ ਨੂੰ ਪੰਜਾਬੀ ਆਉਂਦੀ ਹੋਊਗੀ ਤੇ ਆਪਣੀ ਮਾਂ ਬੋਲੀ ਵਿੱਚ ਇਹ ਗੱਲਾਂ ਬਾਤਾਂ ਕਰ ਸਕਣਗੇ ਔਰ ਮੋਰ ਕੰਫਰਟੇਬਲ ਫੀਲ ਕਰਨਗੇ। ਤੇ ਇਸ ਕਰਕੇ ਪੰਜਾਬੀ ਦੇ ਫਾਇਦੇ ਬਹੁਤ ਆ। ਤੇ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਬੱਚਿਆਂ ਨੂੰ ਠੀਕ ਹੈ ਫ੍ਰੈਂਚ ਵੀ ਜ਼ਰੂਰੀ ਆ, ਲੇਕਿਨ ਜੇ ਤੁਸੀਂ ਫੈਡਰਲ ਲੈਵਲ 'ਚ ਜਾਣਾ ਫਿਰ ਫ੍ਰੈਂਚ ਜ਼ਰੂਰੀ ਬਹੁਤ ਆ। ਲੇਕਿਨ ਜੇ ਫੈਡਰਲ ਲੈਵਲ ਤੁਹਾਡਾ ਜਾਣ ਦਾ ਨਹੀਂ ਖਿਆਲ, ਤਾਂ ਪੰਜਾਬੀ ਉਹ ਤੋਂ ਵੀ ਜ਼ਰੂਰੀ ਆ, ਪਰ ਫਿਰ ਵੀ ਤੁਹਾਨੂੰ ਫ੍ਰੈਂਚ ਸਿੱਖਣ ਦਾ ਵੀ ਮੌਕਾ ਜ਼ਰੂਰ ਮਿਲੂਗਾ। ਸੰਘੜਾ ਸਾਹਿਬ ਆਖਰ ਦੇ ਵਿੱਚ ਇੱਕ ਵਾਰੀ ਸਾਨੂੰ ਕਿੱਥੇ ਈਮੇਲ ਕਰਨੀ ਹੈ, ਫਾਰਮ ਕਿੱਥੇ ਆਇਆ ਔਰ ਆਖਰੀ ਤਰੀਕ ਕਿਹੜੀ ਹੈ ਜੀ, ਇਹਦੇ ਬਾਰੇ ਦੱਸਿਓ ਜੀ। ਹਾਂਜੀ, ਈਮੇਲ ਉਹ ਬੱਚੇ ਦੇ ਸਕੂਲ ਨੂੰ ਜਿਹੜੇ ਫਾਰਮ ਆਏ ਆ ਉਹਦੇ ਉੱਤੇ ਬੱਚੇ ਦੀ ਉਹ ਈਮੇਲ ਹੈਗੀ ਆ, ਉਸ ਈਮੇਲ ਤੇ ਕਰੋ, ਫਾਰਮ ਭਰ ਕੇ ਸਕੂਲ ਨੂੰ ਭੇਜੋ। ਔਰ ਜੇ ਹੋਰ ਕਿਸੇ ਕਿਸਮ ਦੀ ਕੋਈ ਤੁਹਾਡੀ ਇਨਕੁਆਇਰੀ ਆ ਜਾਂ ਕੋਈ ਤੁਹਾਡਾ ਸਵਾਲ ਆ, ਤਾਂ ਤੁਸੀਂ ਮੈਨੂੰ 604 836 9976 ਤੇ ਫੋਨ ਕਰ ਸਕਦੇ ਹੋ, ਜਾਂ ਸਾਧੂ ਬਿਨਿੰਗ ਨੂੰ 778 773 1886 ਤੇ ਫੋਨ ਕਰ ਸਕਦੇ ਹੋ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ, ਇਹੀ ਸਾਡੀ ਅਪੀਲ ਹੈ ਤੁਹਾਨੂੰ ਜੀ। ਬਹੁਤ ਬਹੁਤ ਸ਼ੁਕਰੀਆ ਸੰਘੜਾ ਸਾਹਿਬ, ਤੁਸੀਂ ਬਹੁਤ ਹੀ ਸਾਡੀ ਸੁਸਾਇਟੀ ਨੂੰ ਸਮੇਂ-ਸਮੇਂ ਦੇ ਉੱਤੇ ਜਿਸ ਕਾਰਨ ਤੁਸੀਂ ਹਰ ਵੇਲੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ। ਸੋ ਅਖੀਰ ਵਿੱਚ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਸੰਘੜਾ ਸਾਹਿਬ। ਦੋਸਤੋ, ਇਹ ਸਨ ਸਰਦਾਰ ਬਲਵੰਤ ਸਿੰਘ ਸੰਘੇੜਾ ਪਲੀਜ਼ ਤੋਂ ਸਮੇਂ-ਸਮੇਂ ਦੇ ਉੱਤੇ ਸਾਨੂੰ ਅਪੀਲ ਕਰਦੇ ਨੇ, ਸਾਨੂੰ ਦੱਸਦੇ ਨੇ ਕਿ ਕਿੱਥੇ ਲੋੜ ਆ ਇਸ ਵੇਲੇ, ਜਦੋਂ ਬਾਕੀ ਸਾਰਾ ਕੁਝ ਚੱਲ ਰਿਹਾ ਉਸ ਵੇਲੇ ਤੁਹਾਡੇ ਘਰਾਂ ਦੇ ਵਿੱਚ ਜਿਹੜੀ ਫਾਰਮ ਆਏ ਆ ਉਹਨਾਂ ਦੇ ਉੱਤੇ ਪੰਜਾਬੀ ਭਾਸ਼ਾ ਨੂੰ ਚੁਣ ਕੇ ਸਕੂਲ ਨੂੰ ਭੇਜੋ, ਤਾਂ ਹੀ ਉੱਥੇ ਉਹ ਭਾਸ਼ਾ ਰਹਿਣੀ ਆ, ਤਾਂ ਹੀ ਉਹਨਾਂ ਨੇ ਪੜ੍ਹਾਉਣੀ ਆ, ਤਾਂ ਹੀ ਅੱਗੇ ਮੌਕਾ ਮਿਲਣਾ। ਇਹ ਬਹੁਤ ਔਖੇ ਹੋ ਕੇ ਸਾਡੇ ਇਹਨਾਂ ਵਡੇਰਿਆਂ ਨੇ ਇਹ ਹੱਕ ਲਏ ਨੇ, ਇਹ ਸਾਨੂੰ ਸੁਵਿਧਾ ਦਿੱਤੀ ਆ, ਔਰ ਇਹਨੂੰ ਵੱਧ ਤੋਂ ਵੱਧ ਇਹਦਾ ਫਾਇਦਾ ਉਠਾਉਣਾ ਚਾਹੀਦਾ ਔਰ ਇਹਨੂੰ ਅੱਗੇ ਤੱਕ ਲੈ ਕੇ ਜਾਣਾ ਚਾਹੀਦਾ। ਸੋ ਦੋਸਤੋ, ਇਸ ਵੇਲੇ ਜਿਹੜੀ ਸੰਘੜਾ ਸਾਹਿਬ ਜੀ ਦਾ ਖਾਸ ਤੌਰ 'ਤੇ ਧੰਨਵਾਦ। ਹੁਣ ਅਸੀਂ ਵਾਪਸ ਆਉਂਦੇ ਹਾਂ ਗੱਲਬਾਤ ਵੱਲੋਂ। ਪ੍ਰੋਗਰਾਮ ਦੇ ਆਖਰ ਦੇ ਵਿੱਚ ਅਸੀਂ
ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਵੀ ਗੱਲਬਾਤ ਕਰਨੀ ਆ, ਪਰ ਉਹਨਾਂ ਤੋਂ ਪਹਿਲਾਂ ਕੁਛ ਥੋੜ੍ਹੀਆਂ ਜਿਹੀਆਂ ਅਪਡੇਟਸ ਤੁਹਾਨੂੰ ਰੋਜ਼ਾਨਾ ਦੀ ਤਰ੍ਹਾਂ ਇਸ ਵੇਲੇ ਜਿਹੜੀ ਦੁਨੀਆ ਦੇ ਵਿੱਚ ਸਿਚੁਏਸ਼ਨ ਆ ਕੋਵਿਡ-19 ਉਹਦੇ ਬਾਰੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲਈਏ। ਦੋਸਤੋ, ਹਾਲਤ ਲਗਭਗ ਉਸੇ ਤਰ੍ਹਾਂ ਦੀ ਆ, ਕਿਸੇ ਨਾ ਕਿਸੇ ਥਾਂ ਦੇ ਉੱਤੇ ਬਦਲ ਰਹੀ ਆ, ਕਨਫਿਊਜ਼ਨ ਆ ਉਸੇ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ। ਕੈਨੇਡਾ ਦੀ ਹਾਲਤ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫੀ ਵਧੀਆ ਕਹੀ ਜਾ ਸਕਦੀ ਆ। ਸਿਚੁਏਸ਼ਨ ਜਿਹੜੀ ਕਾਫੀ ਕੰਟਰੋਲ ਦੇ ਵਿੱਚ ਆ। ਜਦੋਂ ਦਾ ਪਿਛਲੇ ਸਮੇਂ ਤੋਂ ਇਹ ਸਾਰਾ ਕੁਝ ਸ਼ੁਰੂ ਹੋਇਆ, ਜਿੰਨਾ ਡਰ ਲੱਗ ਰਿਹਾ ਸੀ ਇੱਥੇ ਕਿ ਆਊਟਬ੍ਰੇਕ ਹੋ ਜਾਣੀ, ਓਨੀ ਨਹੀਂ ਹੋਈ। BC ਕਾਫੀ ਕੰਟਰੋਲ ਦੇ ਵਿੱਚ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਮੈਂ ਬਾਕੀ ਪ੍ਰੋਵਿੰਸ ਦਾ ਡਾਟਾ ਵੀ ਤੁਹਾਡੇ ਨਾਲ ਸਾਂਝਾ ਕਰਦਾ, ਪਰ BC ਦੇ ਵਿੱਚ ਅੱਜ ਜਿਹੜੀ ਇੱਕ ਖਬਰ ਆਈ ਆ ਕਿ ਜਿਹੜੇ ਸਭ ਤੋਂ ਵੱਧ ਅੱਜ ਮਾਰਚ ਤੋਂ ਜਦੋਂ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ, ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਆ 71। 71 ਨਵੇਂ ਕੇਸ ਅੱਜ BC ਦੇ ਵਿੱਚ ਸਾਹਮਣੇ ਆਏ ਆ, ਔਰ ਇਹਦੇ ਵਿੱਚ ਜਿਹੜੀਆਂ ਨਵੀਆਂ ਮੌਤਾਂ ਵੀ ਹੋਈਆਂ ਜਿਹੜੀਆਂ ਅਸੀਂ ਦੇਖ ਰਹੇ ਹਾਂ। ਇਹ ਬਹੁਤ ਸਾਰਾ ਜਿਹੜਾ ਨਵੇਂ ਕੇਅਰ ਹੋਮਸ ਆ, ਜਿਹੜੇ ਕੇਅਰ ਹੋਮ ਆ ਉਹਨਾਂ ਦੇ ਵਿੱਚ। ਅਤੇ ਕੱਲ੍ਹ ਇੱਕ ਜਿੱਦਾਂ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਵੈਨਕੂਵਰ ਦੇ ਵਿੱਚ ਇੱਕ ਪੋਲਟਰੀ ਦੇ ਵਿੱਚ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਇਕੱਠਿਆਂ ਨੂੰ ਇਸ ਤੋਂ ਪੋਜ਼ੀਟਿਵ ਪਾਇਆ ਗਿਆ ਸੀ, ਉਹਦੇ ਇੱਕ ਬਹੁਤ ਵੱਡਾ ਨੰਬਰ ਜਿਹੜਾ 28 ਮੁਲਾਜ਼ਮ ਸੀ ਉੱਥੇ, ਉਹਨਾਂ ਨੂੰ ਜਿਹੜਾ ਇਕੱਠਾ ਹੀ ਉਹਨਾਂ ਨੂੰ ਹੋ ਗਿਆ ਸੀ 28 ਮੁਲਾਜ਼ਮਾਂ ਨੂੰ। 71 ਦੇ ਉੱਤੇ ਟੈਸਟ ਕੀਤਾ ਗਿਆ ਸੀ। 28 ਮੁਲਾਜ਼ਮਾਂ ਨੂੰ ਕੋਵਿਡ-19 ਵੈਨਕੂਵਰ ਦੇ ਵਿੱਚ, ਇੱਕ ਈਸਟ ਵੈਨਕੂਵਰ ਦੇ ਵਿੱਚ ਪੋਲਟਰੀ ਦੇ ਵਿੱਚ ਹੋਇਆ ਸੀ। ਪਿਛਲੇ 4 ਦਿਨਾਂ ਤੋਂ ਲਗਾਤਾਰ ਸਾਡੇ ਰੋਜ਼ ਨਵੇਂ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜਿਹੜੀ ਉਹ 30 ਤੋਂ ਥੱਲੇ ਆ ਰਹੀ ਆ, ਪਰ ਅੱਜ ਇਹ ਵੱਧ ਕੇ 71 ਹੋ ਗਈ, ਜਿਹਨੇ ਦੱਸ ਦਿੱਤਾ ਸਾਨੂੰ ਕਿ ਇਹ ਜਿਹੜੀ ਆ ਆਊਟਬ੍ਰੇਕ ਕਦੇ ਵੀ ਹੋ ਸਕਦੀ ਆ। 3-4 ਦਿਨ ਲਗਾਤਾਰ 30 ਤੋਂ ਥੱਲੇ ਸੀ। ਅਸੀਂ ਬੜੇ ਸੰਤੁਸ਼ਟ ਸੀ, ਲੋਕ ਸੜਕਾਂ ਦੇ ਉੱਤੇ ਨਿਕਲਿਆ ਆ, ਸਾਰਾ ਕੁਝ ਉਹਨਾਂ ਨੇ ਆਮ ਵਰਗਾ ਕਰਨਾ ਸ਼ੁਰੂ ਕਰ ਦਿੱਤਾ ਕਾਫੀ ਹੱਦ ਤੱਕ। ਪਰ ਅੱਜ ਜਦੋਂ ਇਹ 71 ਹੋ ਗਈ ਹੈ ਇੱਕ ਦਿਨ ਦੇ ਵਿੱਚ, ਇਹ ਕੋਈ ਹੈਰਾਨੀ ਨਹੀਂ ਆ। ਅਸੀਂ ਇਹਨੂੰ ਬਹੁਤੇ ਤੁਹਾਨੂੰ ਡਰਾ ਨਹੀਂ ਰਹੇ, ਪਰ ਕੋਈ ਹੈਰਾਨੀ ਨਹੀਂ ਹੈ। ਕੱਲ੍ਹ ਨੂੰ ਇਹ 71 ਦੇ ਜਿਹੜੇ ਆ 150 ਹੋ ਜਾਵੇ, ਪਰਸੋਂ ਨੂੰ 150 ਦਾ 1000 ਹੋ ਜਾਵੇ। ਇੱਕਦਮ ਆਊਟਬ੍ਰੇਕ ਜਿਹੜੀ ਹੁੰਦੀ ਆ ਇੱਦਾਂ ਹੀ ਮਲਟੀਪਲਾਈ ਕਰਦੀ ਆ ਕਿ ਤੁਸੀਂ ਜਿਵੇਂ ਬਹੁਤ ਸਾਰੀਆਂ ਬਾਲਸ ਇੱਥੇ ਪਈਆਂ ਹੋਣ ਸਾਡੇ ਕਿਸੇ ਚੀਜ਼ ਦੇ ਵਿੱਚ, ਔਰ ਇੱਕ ਉਹਦੇ ਵਿੱਚ ਸਿੱਟ ਦਈਏ, ਉਹਨੇ ਸਾਰੀਆਂ ਇੱਕਦਮ ਹਿਲਾ ਕੇ ਅੱਗਿਓਂ ਹਿਲਾ ਦੇਣੀਆਂ। ਇਸੇ ਗੱਲ ਤੋਂ ਜਿਹੜੇ ਸਾਰੇ ਡਰ ਰਹੇ ਆ ਕਿ ਇਸ ਪਾਸੇ ਨੂੰ ਕਿਤੇ ਗੱਲ ਨਾ ਚਲੇ ਜਾਵੇ। ਉਹ ਕਿੰਨੇ ਲੋਕ ਜਿਹੜੇ ਕਿੱਥੇ ਕਿੱਥੇ ਮਿਲਦੇ ਆ ਜਾ ਕੇ, ਜਿਹੜੇ ਉਹ 28 ਨੂੰ ਜਿਹੜਾ ਕੋਵਿਡ-19 ਹੋਇਆ ਈਸਟ ਵੈਨਕੂਵਰ ਦੇ ਵਿੱਚ, ਉਹ 28 ਦੇ ਪਰਿਵਾਰ ਮੈਂਬਰ ਘਰ ਹੀ ਜਾਂਦੇ ਸੀ ਨਾ, ਉੱਥੇ ਹੀ ਸੌਂ ਰਹੇ ਸੀ। ਉਹ ਗਾਂ ਕਿੰਨਿਆਂ ਨੂੰ ਮਿਲਦੇ ਆ। ਉਹ ਟਰੱਕ ਦੇ ਵਿੱਚ ਜਾਂਦੇ ਸੀ, ਲੋਡ ਲੈ ਕੇ ਜਾਂਦੇ ਆ, ਉੱਥੇ ਟਰਾਂਸਪੋਰਟੇਸ਼ਨ ਵਾਲੇ ਆਉਂਦੇ ਆ, ਉਹ ਸਾਰੇ ਕਿੰਨਿਆਂ ਨੂੰ ਮਿਲਦੇ ਸੀ। ਜਦੋਂ ਇਹਨੂੰ ਤੁਸੀਂ ਕੈਲਕੂਲੇਟ ਕਰਕੇ ਦੇਖਦੇ ਆ ਤਾਂ ਤਸਵੀਰ ਜਿਹੜੀ ਆ ਉਹ ਕਾਫੀ ਡਰਾਉਣੀ ਸਾਡੇ ਸਾਹਮਣੇ ਆ ਜਾਂਦੀ ਆ। ਅਸੀਂ ਜਿਹੜਾ ਇਹਦੇ ਤੋਂ ਅਸੀਂ ਡਰ ਜਾਂਦੇ ਹਾਂ। ਸੋ ਇਹ ਇੱਕ ਅੱਜ ਦੀ ਜਿਹੜੀ ਮਾੜੀ ਖਬਰ ਆ ਕਿ ਹਾਲਾਂਕਿ ਇਹਨੂੰ ਇੱਦਾਂ ਨਹੀਂ ਕਿਹਾ ਜਾ ਸਕਦਾ ਕਿ ਬਹੁਤ ਜ਼ਿਆਦਾ ਸਥਿਤੀ ਵਿਗੜ ਗਈ ਆ, ਪਰ ਇਹ ਸਾਡੇ ਲਈ ਸੰਕੇਤ ਆ ਕਿ ਸਾਨੂੰ ਬਹੁਤੇ ਢਿੱਲੇ ਨਹੀਂ ਹੋਣਾ ਚਾਹੀਦਾ ਅਤੇ ਜਿਹੜਾ ਸਾਨੂੰ ਇਹਨੂੰ ਸਮਝਣਾ ਚਾਹੀਦਾ। ਸੋ ਦੋਸਤੋ, ਦੂਜੀ ਗੱਲ ਜਿਹੜੀ ਇਹਦੇ ਵਿੱਚ ਕੁਛ ਸਾਨੂੰ ਸਮਝਣ ਦੀ ਲੋੜ ਆ ਕਿ ਜਿਹੜੇ ਕੁਛ ਗੱਲਾਂ ਇਹਨੂੰ ਪੂਰੇ ਵਿਸ਼ਵ ਪੱਧਰ ਦੇ ਉੱਤੇ ਨਿਊਯਾਰਕ ਦੇ ਵਿੱਚ ਲਗਭਗ ਉੱਦਾਂ ਦੀ ਹਾਲਤ ਆ। 26 ਲੱਖ ਦੇ ਕਰੀਬ ਦੁਨੀਆ ਦੇ ਵਿੱਚ ਲੋਕ ਇਹਦੇ ਤੋਂ ਪੀੜਤ ਹੋ ਚੁੱਕੇ ਆ। 1,84,000 ਮੌਤਾਂ ਹੋ ਚੁੱਕੀਆਂ। ਬਹੁਤ ਸਾਰੇ ਲੋਕ ਰਿਕਵਰ ਵੀ ਹੋ ਰਹੇ ਆ। USA ਦੇ ਵਿੱਚ ਇਸ ਵੇਲੇ ਜਿਹੜੇ 8,48,000 ਦੇ ਕਰੀਬ ਮਰੀਜ਼ ਨੇ, 47,000 ਦੇ ਕਰੀਬ ਉੱਥੇ ਮੌਤਾਂ ਹੋ ਚੁੱਕੀਆਂ। ਹਾਲਾਂਕਿ ਬਹੁਤ ਸਾਰੇ ਰਿਕਵਰ ਵੀ ਹੋ ਰਹੇ ਆ, ਪਰ ਸਥਿਤੀ ਥੋੜ੍ਹੀ ਜਿਹੀ ਜਿਹੜੀ ਉਹ ਗੰਭੀਰ ਆ। ਪਰ ਇੱਕ ਗੱਲ ਆ ਕਿ ਜਿਹੜੀ ਉਹਨਾਂ ਦੀ ਪੀਕ ਜਿਹਨੂੰ ਸਮਝਿਆ ਜਾਂਦਾ ਕਿ ਜਿੱਥੇ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਨਵੇਂ ਕੇਸਿਸ ਆਉਣੇ ਸੀ, ਉਹ ਗਿਣਤੀ ਜਿਹੜੀ ਆ ਉਹ ਉੱਥੇ ਤੱਕ ਨਹੀਂ ਪਹੁੰਚੀ। ਉਹਦੇ ਤੋਂ ਅਜੇ ਤੱਕ ਚਾਹੇ ਉਹ ਜਿੰਨੇ ਨਵੇਂ ਕੇਸ ਇੱਕ ਦਿਨ ਦੇ ਵਿੱਚ ਆਉਂਦੇ ਆ, ਉਹ ਗਿਣਤੀ ਉਹਦੇ ਤੋਂ ਘੱਟ ਆ, ਜਿਹੜੀ ਕਿ ਸਾਡੇ ਲਈ ਇੱਕ ਇਹ ਚੰਗੀ ਖਬਰ ਹੈਗੀ ਆ। ਉਹ ਤੋਂ ਬਾਅਦ ਜਦੋਂ ਦੋਸਤੋ ਅਸੀਂ ਬਾਕੀ ਸਾਰੇ ਪ੍ਰੋਵਿੰਸਸ ਨੂੰ ਦੇਖਦੇ ਹਾਂ ਕਿ ਉੱਥੇ ਜਿਹੜੀ ਕੀ ਸਥਿਤੀ ਆ, ਜਿਹੜਾ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਦੋਸਤੋ ਕੁਬੈਕ ਦੇ ਵਿੱਚ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਉੱਥੇ 20,965 ਦੇ ਕਰੀਬ ਜਿਹੜੇ ਮਰੀਜ਼ ਨੇ। ਇਸੇ ਤਰ੍ਹਾਂ ontario ਦੇ ਵਿੱਚ 12,245 ਨੇ, ਅਲਬਰਟਾ ਦੇ ਵਿੱਚ 3,400 ਇਹਦੀਆਂ ਇਨਫੈਕਸ਼ਨਸ ਨੇ, ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1,795 ਇਹਦੇ ਵਿੱਚ ਜਿਹੜੀਆਂ ਇਨਫੈਕਸ਼ਨਸ ਨੇ, 90 ਮੌਤਾਂ ਹੋ ਚੁੱਕੀਆਂ ਨੇ।
ਬਹੁਤ ਸਾਰੇ ਜਿਹੜੇ ਐਲਾਨ ਆ ਵੱਖ-ਵੱਖ ਅੱਜ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਉਹਨਾਂ ਨੇ ਐਲਾਨ ਕੀਤਾ ਕਿ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਲਈ ਕਾਫੀ ਬੈਨੀਫਿਟ ਉਹ ਦੇ ਰਹੇ ਆ। ਜਿੱਥੇ ਜਿਸ ਤਰ੍ਹਾਂ ਉਹਨਾਂ ਨੂੰ ਸਮੱਸਿਆ ਸਾਹਮਣੇ ਆ ਰਹੀ ਹੈ, ਜਿਸ ਤਰ੍ਹਾਂ ਗੱਲ ਪਤਾ ਲੱਗ ਰਹੀ ਆ, ਉਸ ਵਰਗ ਨੂੰ ਖਾਸ ਤੌਰ ਦੇ ਉੱਤੇ ਕੁਝ ਸਹੂਲਤਾਂ ਦਿੱਤੀਆਂ ਜਾ ਰਹੀਆਂ। ਸਾਡੇ ਗੁਆਂਢੀ ਦੇਸ਼ ਅਮਰੀਕਾ ਦੇ ਵਿੱਚ ਕੁਛ ਨਾ ਕੁਛ ਜਿਹੜਾ ਉਹਨਾਂ ਦਾ ਆਪਸ ਦੇ ਵਿੱਚ ਤਕਰਾਰ ਰਾਸ਼ਟਰਪਤੀ ਟਰੰਪ ਦਾ ਉੱਥੋਂ ਦੇ ਵਿਗਿਆਨੀਆਂ ਦੇ ਨਾਲ, ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਹੀ ਖੜਾ ਆ। ਉਹਨਾਂ ਦੇ ਵਿਗਿਆਨੀ ਥੋੜ੍ਹੇ ਚਿਰ ਬਾਅਦ ਕੁਛ ਕਹਿੰਦੇ ਨੇ ਅਤੇ ਉਹਦੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਉਹਨਾਂ ਦੀ ਗੱਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਦਲ ਦਿੰਦੇ ਆ। ਸੋ ਕਿਹਾ ਜਾ ਰਿਹਾ ਕਿ ਕੋਈ ਬੰਦਾ ਵੀ ਪ੍ਰੈਡਿਕਟ ਨਹੀਂ ਕਰ ਸਕਦਾ, ਇਹਦੀ ਪ੍ਰੈਡਿਕਸ਼ਨ ਨਹੀਂ ਕਰ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ, ਕਦੋਂ ਇਹਨੂੰ ਓਪਨ ਹੋਣਾ ਚਾਹੀਦਾ, ਕਦੋਂ ਇਹਨੇ ਰੀਓਪਨ ਹੋਣਾ, ਕਦੋਂ ਨਹੀਂ ਹੋਣਾ ਚਾਹੀਦਾ। ਇਹਦੇ ਬਾਰੇ ਵੀ ਵਾਦ ਵਿਵਾਦ ਅਜੇ ਉੱਥੇ ਹੀ ਖੜਾ। ਦੂਜੀ ਗੱਲ ਦੋਸਤੋ, ਥੋੜ੍ਹੀ ਜਿਹੀ ਇਹ ਤੋਂ ਪਹਿਲਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ ਅਸੀਂ ਗੱਲਬਾਤ ਕਰੀਏ। ਜਿਹੜੇ ਅੰਕੜੇ ਨੇ ਭਾਰਤ ਦੇ, ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ। ਮਹਾਰਾਸ਼ਟਰ ਦੇ ਵਿੱਚ ਉੱਥੇ ਸਭ ਤੋਂ ਜ਼ਿਆਦਾ ਬੁਰੀ ਹਾਲਤ ਆ ਇਸ ਵੇਲੇ। 5600 ਦੇ ਕਰੀਬ ਉੱਥੇ ਪੇਸ਼ੈਂਟ ਨੇ ਮਹਾਰਾਸ਼ਟਰ ਦੇ ਵਿੱਚ। ਗੁਜਰਾਤ ਦੂਜੇ ਨੰਬਰ 'ਤੇ ਆ, 2400 ਉੱਥੇ ਨੇ, ਔਰ ਦਿੱਲੀ ਦੇ ਵਿੱਚ 2200 ਨੇ, ਰਾਜਸਥਾਨ ਦੇ ਵਿੱਚ 1800 ਨੇ। ਰਾਜਸਥਾਨ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਉੱਥੇ ਅੰਕੜੇ ਵਧ ਰਹੇ ਨੇ। ਪੰਜਾਬ ਦੇ ਵਿੱਚ ਸਥਿਤੀ ਥੋੜ੍ਹੀ ਜਿਹੀ ਕੰਟਰੋਲ ਕਹੀ ਜਾ ਸਕਦੀ ਹੈ। 278 ਟੋਟਲ ਪੇਸ਼ੈਂਟ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ 62 ਨੇ। ਜਲੰਧਰ ਦੇ ਵਿੱਚ 53 ਪੇਸ਼ੈਂਟ ਨੇ। ਉੱਥੇ ਸੈਂਟਰਲ ਟਾਊਨ ਜਿਹੜਾ ਜਲੰਧਰ ਦਾ ਇਲਾਕਾ ਹੈ, ਉੱਥੇ ਪੇਸ਼ੈਂਟ ਮਿਲਣ ਤੋਂ ਬਾਅਦ ਉਹ ਸਾਰੇ ਇਲਾਕੇ ਨੂੰ ਉਹਨਾਂ ਨੇ ਸੀਲ ਕਰ ਦਿੱਤਾ। ਪਟਿਆਲੇ ਦੇ ਵਿੱਚ ਬਹੁਤ ਤੇਜ਼ੀ ਨਾਲ ਗਿਣਤੀ ਵਧੀ ਆ। 18 ਨਵੇਂ ਪੇਸ਼ੈਂਟ ਜਿਹੜੇ ਮਰੀਜ਼ ਸਾਹਮਣੇ ਆਏ ਆ। 49 ਉੱਥੇ ਦੀ ਗਿਣਤੀ ਹੋ ਗਈ ਆ ਪਟਿਆਲਾ ਦੀ। ਪਠਾਨਕੋਟ ਦੇ ਵਿੱਚ 24 ਨੇ। ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਵਿੱਚ ਇਸ ਗੱਲੋਂ ਕੁਦਰਤੀ ਮਿਹਰ ਆ ਕਿ 19 ਦੇ 19 ਮਰੀਜ਼ ਉੱਥੇ ਨੇ। ਉਹਦੇ ਵਿੱਚ ਕੋਈ ਵੀ ਉਸ ਗਿਣਤੀ ਦੇ ਵਿੱਚ ਵਾਧਾ ਨਹੀਂ ਹੋਇਆ। ਕੁਝ ਖਬਰਾਂ ਦੋਸਤੋ ਵਿਸਥਾਰ ਦੇ ਵਿੱਚ ਜਦੋਂ ਅਸੀਂ ਉੱਥੇ ਦੀਆਂ ਦੇਖਦੇ ਹਾਂ ਭਾਰਤ ਦੀਆਂ, ਉੱਥੇ ਦਾ ਕੁਝ ਲੋਕ ਤਾਂ ਇਹ ਕਹਿ ਰਹੇ ਆ ਵੀ ਅਸਲ ਦੇ ਵਿੱਚ ਉੱਥੇ ਸਹੀ ਟੈਸਟਿੰਗ ਨਹੀਂ ਹੋ ਰਹੀ, ਜਿਹੜੀ ਸਹੀ ਗਿਣਤੀ ਉੱਥੇ ਨਹੀਂ ਪਤਾ ਲੱਗ ਰਹੀ ਕਿ ਕਿੰਨੀ ਉੱਥੇ ਦੀ ਗਿਣਤੀ ਆ, ਜਾਂ ਪੂਰੀ ਟੈਸਟਿੰਗ ਨਹੀਂ, ਲੋਕਾਂ ਦਾ ਪਤਾ ਨਹੀਂ, ਥੋੜ੍ਹੇ ਟੈਸਟ ਹੋਏ ਆ। ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੀ ਸਿਫਤ ਕਰ ਰਹੇ ਆ। ਬਿਲ ਗੇਟਸ ਨੇ ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਸ ਗੱਲ ਦੀ ਸਿਫਤ ਕੀਤੀ ਹੈ ਕਿ ਜੇ ਇਸ ਤਰੀਕੇ ਨਾਲ ਤੁਸੀਂ ਇਹ ਲੋਕਡਾਊਨ ਕਰਕੇ ਇਹ ਸਾਰੇ ਕੁਛ ਨੂੰ ਕੰਟਰੋਲ ਦੇ ਵਿੱਚ ਕੀਤਾ, ਇਹ ਕਾਬਲੇ ਤਾਰੀਫ ਆ ਕਿ ਇਹਨੂੰ ਤੁਸੀਂ ਬਹੁਤ ਚੰਗੇ ਤਰੀਕੇ ਦੇ ਨਾਲ ਹੈਂਡਲ ਕਰ ਰਹੇ ਹੋ। ਦੁਨੀਆ ਦੇ ਵਿੱਚ ਕੁਝ ਥਾਵਾਂ ਦੇ ਉੱਤੋਂ ਇਸ ਤਰ੍ਹਾਂ ਦੀਆਂ ਭਾਰਤ ਦੀਆਂ ਜਿਹੜੀਆਂ ਸਿਫਤਾਂ ਵੀ ਹੋ ਰਹੀਆਂ। ਕੁਛ ਚੀਜ਼ਾਂ ਦੋਸਤੋ ਉੱਥੇ ਜਿਹੜੀਆਂ ਬਹੁਤ ਵੱਡੀਆਂ ਇਸ ਸਮੇਂ ਦੇ ਵਿੱਚ ਇਨਵੈਸਟਮੈਂਟ ਵੀ ਹੋਈਆਂ। ਖਾਸ ਕਰਕੇ ਫੇਸਬੁੱਕ ਨੇ ਉੱਥੇ ਜਿਹੜਾ ਜੀਓ ਰਿਲਾਇੰਸ ਹੈਗਾ ਉਹਦੇ ਨਾਲ ਮਿਲ ਕੇ ਕੁਝ ਇੱਦਾਂ ਦੀਆਂ ਇਨਵੈਸਟਮੈਂਟ ਕਰ ਰਿਹਾ ਕਿ ਜਿਹੜੇ ਰਿਟੇਲਰ ਆ, ਛੋਟੇ ਵਪਾਰੀ ਆ, ਉਹ ਔਨਲਾਈਨ ਆਪਣਾ ਸਮਾਨ ਵੇਚ ਸਕਣ। ਉਹ ਜਿਹੜੇ ਆ ਐਮਾਜ਼ਨ ਅਤੇ ਵਾਲਮਾਰਟ ਨੂੰ ਚੁਣੌਤੀ ਦੇਣ ਦੇ ਲਈ ਉਹਨਾਂ ਨੇ $5.7 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਆ ਇਹਦੇ ਵਿੱਚ ਖਾਸ ਤੌਰ 'ਤੇ ਕਰ ਰਹੇ ਆ ਕਿ ਜਿੰਨੇ ਉੱਥੇ 3 ਕਰੋੜ ਦੇ ਕਰੀਬ ਜਿਹੜੇ ਛੋਟੇ ਦੁਕਾਨਦਾਰ ਆ, ਉਹਨਾਂ ਨੇ ਕਿਹਾ ਵੀ ਇਹ ਔਨਲਾਈਨ ਉੱਥੋਂ ਸਮਾਨ ਵੇਚਣ, ਔਨਲਾਈਨ ਹੀ ਉਹਦੀ ਪੇਮੈਂਟ ਕਰਨ। ਇਹ ਇੱਕ ਜਲਦੀ ਉਹਨਾਂ ਨੇ ਇਹਨੂੰ ਸ਼ੁਰੂ ਕਰ ਰਹੇ ਆ। ਰਿਲਾਇੰਸ ਗਰੁੱਪ ਦਾ ਜਿਹੜਾ ਉਹਦੇ ਨਾਲ ਵਟਸਐਪ ਅਤੇ ਜੀਓ ਮਾਰਟ ਇਹ ਮਿਲ ਕੇ, ਰਿਲਾਇੰਸ ਅਤੇ ਫੇਸਬੁੱਕ ਇਹ ਦੋਵੇਂ ਮਿਲ ਕੇ ਇੱਕ ਨਵਾਂ ਉੱਥੇ ਤਰੀਕਾ ਸ਼ੁਰੂ ਕਰ ਰਹੇ ਆ ਕਿ ਲੋਕ ਔਨਲਾਈਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਨ ਵੇਚ ਸਕਣ ਅਤੇ ਜਿਹੜੇ ਹੇਠਲੇ ਇੱਕ ਛੋਟੇ ਵਪਾਰੀ ਨੇ ਉਹਨਾਂ ਨੂੰ ਇਹਦੇ ਤੋਂ ਫਾਇਦਾ ਮਿਲ ਸਕੇ। ਰਾਜਸਥਾਨ ਦੇ ਵਿੱਚ ਕਿਉਂ ਇਹ ਵਾਇਰਸ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਿਆ, ਮਹਾਰਾਸ਼ਟਰ ਤੋਂ ਬਾਅਦ ਇਹ ਇਸ ਪਾਸੇ ਨੂੰ ਕਿਉਂ ਜਾ ਰਿਹਾ, ਉਹਦੇ ਦੋਸਤੋ ਬਹੁਤ ਸਾਰੇ ਕਾਰਨ ਉੱਥੋਂ ਪਤਾ ਲੱਗ ਰਹੇ ਆ ਕਿ ਹੌਸਪੀਟਲ ਦੇ ਵਿੱਚ ਜਿਹੜੇ ਕੁਛ ਇੱਕ ਬੱਚੇ ਨੂੰ ਜਦੋਂ ਉਹ ਹੋਇਆ ਉਹਨੂੰ ਟਰੀਟ ਕੀਤਾ ਗਿਆ, ਟਰੀਟ ਕਰਦੇ ਸੀ, ਉਸ ਵੇਲੇ ਉਹਦੇ ਤੋਂ ਬਾਅਦ ਖਿਆਲ ਨਹੀਂ ਰੱਖਿਆ ਗਿਆ, ਜਿਹਦੇ ਨਾਲ ਕਿ ਸਾਰੇ ਪਾਸੇ ਉਹ ਜਿਹੜਾ ਫੈਲ ਗਿਆ। ਵੀ ਜਿਹੜੇ ਸਟਾਫ ਸੀ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਪਾ ਕੇ ਉੱਥੇ ਜਾਣਾ ਚਾਹੀਦਾ ਸੀ ਉਹਨਾਂ ਨੇ ਉਹਦੇ ਤੋਂ ਬਿਨਾਂ ਚਲੇ ਗਿਆ, ਜਿਹਦੇ ਨਾਲ ਇਹ ਸਭ ਤੋਂ ਜ਼ਿਆਦਾ ਉੱਥੇ ਰਾਜਸਥਾਨ ਦੇ ਵਿੱਚ ਫੈਲ ਗਿਆ। ਇੱਕ ਦੋਸਤੋ ਉੱਥੇ ਸੀਗਾ ਕਿ ਜਿਹੜਾ ਉਹਨਾਂ ਦੇ ਕੁਛ ਅਟੈਂਡੈਂਟ ਨੇ ਹੌਸਪੀਟਲ ਦੇ ਵਿੱਚ, ਉਹਨਾਂ ਨੂੰ ਇਹ ਹੋਣ ਤੋਂ ਬਾਅਦ ਉਹ ਕਿਹੜੇ ਕਮਰੇ ਦੇ ਵਿੱਚ ਗਿਆ, ਉਹਦੇ ਨਾਲ ਵੀ ਇਹ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਉੱਥੇ ਇਹ ਸਮੱਸਿਆ ਆਈ ਹੈ। ਸੋ ਬਹੁਤ ਸਾਰੀਆਂ ਖਬਰਾਂ ਦੋਸਤੋ ਪੰਜਾਬ ਤੋਂ। ਇਸ ਵੇਲੇ ਸਾਡੇ ਕੈਨੇਡਾ ਦੇ ਵਿੱਚ ਕੀ ਸਥਿਤੀ ਆ, ਇਹਦੇ ਵਿੱਚ ਕੀ ਹੋਇਆ, ਇਹਦੇ ਸੰਬੰਧੀ ਖਾਸ ਗੱਲਬਾਤ ਲਈ ਡਾਕਟਰ ਪ੍ਰਗਟ ਸਿੰਘ ਭੁਰਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਆਏ ਨੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ।
ਤੁਹਾਡਾ ਦੋਸਤੋ ਕੋਈ ਸਵਾਲ ਹੋਵੇ ਤੁਸੀਂ ਫੇਸਬੁੱਕ ਤੇ ਪੁੱਛ ਸਕਦੇ ਹੋ। ਇੱਕ ਤਰਲੋਕ ਮਾਨ ਜੀ ਕੋਈ ਉਹਦੀ ਪੁੱਛ ਰਹੇ ਆ ਵੈਨਕੂਵਰ ਮਾਫੀ ਚਾਹੁੰਦਾ, ਮੈਂ ਇਹਨੂੰ ਥੋੜ੍ਹਾ ਜਿਹਾ ਕੁਦਰਤੀ ਤੌਰ ਤੇ ਗਲਤ ਤਰੀਕੇ ਦੇ ਨਾਲ ਉਚਾਰਨ ਮੇਰਾ ਇਹਦੇ ਲਈ ਸਹੀ ਨਹੀਂ, ਉਹਦੇ ਲਈ ਮਾਫੀ ਚਾਹੁੰਦਾ। ਇਹਨੂੰ ਤੁਸੀਂ ਸਮਝ ਰਹੇ ਹੋ ਕਿ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜਾਂ ਕਿਹਦੇ ਬਾਰੇ ਗੱਲਬਾਤ ਕਰ ਰਿਹਾ। ਜਿਹੜਾ ਉਚਾਰਨ ਠੀਕ ਨਹੀਂ ਉਹਦੇ ਲਈ ਮਾਫੀ। ਡਾਕਟਰ ਪ੍ਰਗਟ ਸਿੰਘ ਭੁਰ ਜੀ ਸਾਡੇ ਨਾਲ ਨੇ, ਉਹਨਾਂ ਤੋਂ ਆਪਾਂ ਜ਼ਿਆਦਾ ਜਾਣਕਾਰੀ ਲੈਂਦੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਦਰਸ਼ਕਾਂ ਜੀ ਧੰਨਵਾਦ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਵੈਨਕੂਵਰ ਦੇ ਵਿੱਚ ਇੱਕ ਪਤਾ ਲੱਗਿਆ ਕਿ ਬਹੁਤ ਸਾਰੇ ਮਰੀਜ਼ BC ਦੇ ਵਿੱਚ ਜ਼ਿਆਦਾ ਗਿਣਤੀ ਹੋ ਗਈ ਹੈ, ਕੀ ਹੋਇਆ ਜੀ ਇੱਕਦਮ? ਕਾਊਂਟ ਅੱਜ 71 ਦੱਸਿਆ ਗਿਆ। ਇਹਦੇ 2-3 ਰੀਜ਼ਨ ਹੋ ਸਕਦੇ। ਪਹਿਲਾਂ ਤਾਂ ਜਿਹੜਾ ਯੂਨਾਈਟਿਡ ਪੋਲਟਰੀ ਪ੍ਰੋਸੈਸਿੰਗ ਫਾਰਮ ਆ ਉਹਦੇ ਵਿੱਚ ਬਹੁਤ ਸਾਰੇ ਕੰਮ ਆ ਪੋਜ਼ਿਟਿਵ ਆ ਰਹੇ ਆ, 28 ਆਲਰੇਡੀ ਪੋਜ਼ਿਟਿਵ ਆ ਚੁੱਕੇ ਨੇ। ਦੂਜਾ, ਡਾਕਟਰ ਬੋਨੀ ਹੈਨਰੀ ਨੇ ਪਿਛਲੇ ਕੁਝ ਦਿਨ ਪਹਿਲਾਂ ਇਹ ਛੂਟ ਦਿੱਤੀ ਸੀ ਵੀ ਜਿਹੜੇ ਵੀ ਵਿਅਕਤੀ ਨੂੰ ਲੱਛਣ ਹੈਗੇ COVID-19 ਦੇ ਉਹ ਹੁਣ ਚੈੱਕ ਕਰਾ ਸਕਦਾ। ਪਹਿਲਾਂ ਬਹੁਤ ਸਿਲੈਕਟਿਵ ਚੈਕਿੰਗ ਹੁੰਦੀ ਸੀ, ਲੇਕਿਨ ਅਗਰ ਆਪਾਂ ਕਹੀਏ ਵੀ ਇਹ ਰਿਪੋਰਟਾਂ ਜਿਹੜੀਆਂ ਹੈਗੀਆਂ ਇਹ ਅੱਜ ਦੀਆਂ ਨਹੀਂ ਹੋਣਗੀਆਂ, ਇਹ ਪਿਛਲੇ ਕੁਝ ਦਿਨ ਤੋਂ ਟੈਸਟ ਹੋ ਰਹੇ ਆ, ਉਹਨਾਂ ਦੀ ਰਿਪੋਰਟਾਂ ਅੱਜ ਐਡ ਹੋਈਆਂ। ਦੂਜੀ ਗੱਲ ਹੋਈ ਆ ਵੀ ਜਿਹੜਾ ਲੌਂਗ ਵੀਕਐਂਡ ਆ ਈਸਟਰ ਦਾ, ਉੱਥੇ ਵੀ ਆਪਾਂ ਦੇਖਿਆ ਵੀ ਕਾਫੀ ਲੋਕੀ ਜਿਹੜੇ ਹੈਗੇ ਆ ਥੋੜਾ ਉਹਨਾਂ ਦੀ ਕਲੋਜ਼ ਪ੍ਰੋਕਸੀਮਿਟੀ ਜ਼ਿਆਦਾ ਸੀ, ਖਾਸ ਕਰਕੇ ਜਿੱਦਾਂ ਇਹ ਬਹੁਤ ਇੰਪੋਰਟੈਂਟ ਮਾਹੌਲ ਹੁੰਦਾ ਕਈ ਧਾਰਮਿਕ ਇੰਸਟੀਟਿਊਸ਼ਨ ਅਦਾਰਿਆਂ ਵਾਸਤੇ। ਲੇਕਿਨ ਮੈਨੂੰ ਇੱਥੇ ਲੱਗਦਾ ਵੀ ਹਸਪੀਟਲ 'ਚ ਪੜਨ ਵਾਲੇ ਤੇ ਸਿਰਫ 104 ਜਿਹੜੇ ਹੈਗੇ ਦਾਖਲ ਆ, ਉਹਨਾਂ ਦੀ ਲੈਵਲ ਘਟੀ ਆ। ICU 'ਚ 49 ਆ। ਸੋ ਕਿਤੇ ਨਾ ਕਿਤੇ ਇਹ ਸਾਰੇ ਜਿਹੜੇ ਕੇਸਿਸ ਹੈਗੇ ਆ ਇਹ ਬਹੁਤ ਮਾਈਲਡ ਹੈਗੇ ਆ, ਔਰ ਉਹ ਸਾਰੇ ਮੇਰੇ ਖਿਆਲ ਨਾਲ ਘਰੇ ਹੀ ਹੈਗੇ ਆ ਜ਼ਿਆਦਾਤਰ। ਲੇਕਿਨ ਅਗਰ ਆਪਾਂ ਗ੍ਰਾਫ ਦੇਖੀਏ, ਭਾਵੇਂ ਹੁਣ ਦੇਖੋ ਜਦੋਂ ਆਪਾਂ ਟੈਸਟਿੰਗ ਵਧਾਵਾਂਗੇ ਨੰਬਰ ਆਫ ਕੇਸਿਸ ਵਧਣਗੇ ਜੀ। ਉਦਾਂ ਵੀ ਮੈਂ ਪਿਛਲੇ ਕਈ ਪ੍ਰੋਗਰਾਮ 'ਚ ਸਾਂਝਾ ਕੀਤਾ ਵੀ ਪਹਿਲਾਂ ਅਸੀਂ ਸਿਰਫ ਡਾਕਟਰਸ, ਨਰਸਿਸ ਜਿਹੜੇ ਹਸਪੀਟਲ 'ਚ ਕੰਮ ਕਰਦੇ ਸੀ ਉਹਨਾਂ ਨੂੰ ਟੈਸਟ ਕਰਦੇ ਸੀ, ਅਗਰ ਉਹਨਾਂ ਕੋਈ ਲੱਛਣ ਆ ਵੀ ਉਹ ਕਿਸੇ ਨੂੰ ਟ੍ਰਾਂਸਮਿਟ ਨਾ ਕਰਨ, ਔਰ ਜਿਹੜੇ ਦਾਖਲ ਹੋ ਰਹੇ ਸੀ ਉਹਨਾਂ ਨੂੰ ਕੀਤਾ ਜਾਂਦਾ ਸੀ। ਹੁਣ ਟੈਸਟਿੰਗ ਵਧਾਈ ਗਈ ਆ, ਇਹਦੇ ਨੰਬਰ ਵਧਣਗੇ ਆਉਣ ਵਾਲੇ ਸਮੇਂ 'ਚ। ਲੇਕਿਨ ਅਗਰ ਆਪਾਂ ਦੂਜੇ ਪਾਸੇ ਦੇਖੀਏ, ਐਮਰਜੈਂਸੀ ਡਿਪਾਰਟਮੈਂਟ 'ਚ ਕਰੀਬਨ 50% ਲੋਕੀ ਜਾਣੋਂ ਘਟ ਗਏ, ਕਿਉਂਕਿ ਉਹ ਆਪਣੀ ਜਿਹੜੀ ਮਾੜੀ ਮੋਟੀ ਦੁੱਖ ਹੈਗਾ ਉਹਦੇ ਲਈ ਨਹੀਂ ਜਾ ਰਹੇ, ਔਰ ਕਈ ਬਹੁਤ ਲੇਟ ਜਾ ਰਹੇ ਜਿਨ੍ਹਾਂ ਨੂੰ ਹਾਰਟ ਅਟੈਕ ਆ, ਸਟ੍ਰੋਕ ਆ ਜਾਂ ਕੋਈ ਇਨਫੈਕਸ਼ਨਸ ਹੈਗੇ ਆ। ਸੋ ਉਹਨਾਂ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਅਗਰ ਤੁਹਾਨੂੰ ਕੋਈ ਹੋਰ ਲੱਛਣ ਹੈਗਾ, ਐਮਰਜੈਂਸੀ ਡਿਪਾਰਟਮੈਂਟ ਹਰ ਹਸਪੀਟਲ ਦਾ 24 ਘੰਟੇ ਖੁੱਲਾ, ਔਰ ਜ਼ਰੂਰੀ ਨਹੀਂ ਹੈ ਵੀ ਸਿਰਫ ਉਹ ਕੋਵਿਡ ਦਾ ਹੀ ਕੇਅਰ ਕਰਦੇ ਆ, ਉਹ ਸਾਰੇ ਹੀ ਰੋਗਾਂ ਦਾ ਕੇਅਰ ਕਰਦੇ ਆ। ਸੋ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਵੀ ਅਗਰ ਤੁਹਾਨੂੰ ਕੋਈ ਐਮਰਜੈਂਸੀ ਹੈਗੀ ਹੈ, ਢਿੱਡ 'ਚ ਪੀੜ ਹੋ ਰਹੀ ਆ, ਸਸਪੈਕਟ ਹੋ ਰਿਹਾ ਸੱਜੇ ਪਾਸੇ ਅਪੈਂਡਿਕਸ ਆ, ਜਾਂ ਤੁਹਾਨੂੰ ਹਾਰਟ ਅਟੈਕ ਦੇ ਲੱਛਣ ਆ, ਜਾਂ ਸਟ੍ਰੋਕ ਦੇ ਹੁੰਦੇ ਆ, ਫਾਸਟ ਮੀਨਸ ਜਿਹੜਾ ਵੀ ਤੁਹਾਡਾ ਮੂੰਹ ਜਿਹੜਾ ਹੈਗਾ ਢਲਕਣਾ, ਤੁਹਾਡੇ ਸੱਤਿਆ ਨਹੀਂ ਰਹਿਣੀ ਹੱਥ 'ਚ, ਅੱਖਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਧੁੰਦਲਾਪਨ ਹੋਣਾ, ਚੱਕਰ ਹੋਣੇ ਇਤਿਆਦਿ, ਉਹ ਸਾਰੇ ਬਹੁਤ ਇੰਪੋਰਟੈਂਟ ਹੈ। ਅਜੇ ਵੀ ਸਾਨੂੰ ਉਸ ਲੈਵਲ 'ਚ ਜਾਣਾ ਚਾਹੀਦਾ। ਅਗਰ ਆਪਾਂ ਕੈਨੇਡਾ ਦੀ ਸਥਿਤੀ ਕਹੀਏ ਤੇ 40,000 ਕੇਸਿਸ ਹੋ ਗਏ ਆ, ਔਰ 2,000 ਤੋਂ ਉੱਤੇ ਲੋਕੀ ਇਸ ਤੋਂ ਨਹੀਂ ਬਚ ਪਾਏ, ਲੇਕਿਨ ਕਰੀਬਨ 30% ਰਿਕਵਰ ਵੀ ਹੋਏ। ਕਿਊਬੈਕ ਦੇ ਵਿੱਚ ਸਭ ਤੋਂ ਜ਼ਿਆਦਾ ਟੈਸਟਿੰਗ ਹੋਈ ਔਰ 20,000 ਤੋਂ ਜ਼ਿਆਦਾ ਕੇਸਿਸ ਆ, 1100 ਤੋਂ ਜ਼ਿਆਦਾ ਉੱਥੇ ਡੈਥਸ ਹੈਗੇ, ਲੇਕਿਨ 80% ਉਹਨਾਂ ਦੀ ਜਿਹੜੀ ਡੈਥ ਆ ਉਹ ਰੈਸੀਡੈਂਸ਼ੀਅਲ ਕੇਅਰ ਹੋਮ ਦੀ ਆ। ਓਨਟਾਰੀਓ 'ਚ ਅਗਰ ਆਪਾਂ ਆਖੀਏ ਉਹਨਾਂ ਦਾ ਕਰੀਬਨ 659, ਚਲੋ 660 ਗਿਣ ਲਓ ਜਿਹੜੇ ਵਿਅਕਤੀ ਨਹੀਂ ਬਚੇ, ਉਹਦੇ ਵਿੱਚੋਂ 60% ਤੋਂ ਜ਼ਿਆਦਾ 70% ਮੈਨੂੰ ਦੱਸਿਆ ਗਿਆ ਵੀ ਉਹ ਵੀ ਰੈਸੀਡੈਂਸ਼ੀਅਲ ਕੇਅਰ ਹੋਮ ਦੇ ਆ। ਔਰ BC 'ਚ ਵੀ ਅੱਜ ਜਿਹੜੀਆਂ 3 ਮੌਤਾਂ ਹੋਈਆਂ ਉਹ ਰੈਸੀਡੈਂਸ਼ੀਅਲ ਕੇਅਰ ਹੋਮ ਦੇ ਵਿੱਚ ਹੋਈਆਂ। ਸੰਸਾਰ ਭਰ 'ਚ 2.55 ਮਿਲੀਅਨ ਤੇ ਉਹਦੇ ਵਿੱਚੋਂ ਕਰੀਬਨ 25% ਰਿਕਵਰ ਹੋ ਗਏ ਆ, 1,80,000 ਜਿਹੜੇ ਹੈਗੇ ਨਹੀਂ ਬਚ ਪਾਏ। ਲੇਕਿਨ ਅਗਰ ਆਪਾਂ ਦੇਖੀਏ ਸਿਰਫ 2 ਪ੍ਰੋਵਿੰਸ ਕੈਨੇਡਾ 'ਚ ਅਜੇ ਉਹ ਬੈਟਲ ਜ਼ੋਨ 'ਚ ਚੱਲ ਰਹੇ ਆ, ਉਹ ਹੈਗੇ ਆ ਓਨਟਾਰੀਓ ਤੇ ਕਿਊਬੈਕ, ਔਰ ਉਹਨਾਂ ਦਾ ਗ੍ਰਾਫ ਉੱਤੇ ਨਹੀਂ ਜਾ ਰਿਹਾ, ਫਲੈਟ ਹੋ ਕੇ ਆਸ਼ਾ ਹੈਗੀ ਵੀ ਆਉਣ ਵਾਲੇ 1-2 ਹਫ਼ਤੇ ਤੇ ਥੱਲੇ ਨੂੰ ਆਊਗਾ। ਬਾਕੀ ਸਾਰੇ ਜਿਹੜੇ ਪ੍ਰੀਮੀਅਰਸ ਹੈ ਉਹਨਾਂ ਨੇ ਕੋਈ ਨਾ ਕੋਈ ਹਿੰਟ ਦਿੱਤੀ ਆ, ਸਸਕੈਚੁਅਨ ਦੇ ਵੀ, ਨਿਊ ਬਰੰਸਵਿਕ ਦੇ ਵੀ, ਮੈਨੀਟੋਬਾ ਦੇ ਵੀ, ਤੇ ਸਾਡੇ ਵੀ ਥੋੜਾ ਬਹੁਤ ਗੱਲਾਂ ਬਾਤਾਂ ਹੋ ਰਹੀਆਂ ਵੀ ਅਨਲੌਕਿੰਗ ਕਿੱਦਾਂ ਹੋਗੀ, ਹਾਲਾਂਕਿ ਕਿਸੇ ਨੇ ਕੋਈ ਡੇਟ ਨਹੀਂ ਦਿੱਤੀ। ਅਨਲੌਕਿੰਗ ਕਦੀ ਨਾ ਕਦੀ ਤੇ ਕਰਨੀ ਪਊਗੀ, ਲੇਕਿਨ ਸਾਨੂੰ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉਹ ਮੇਨਟੇਨ ਜ਼ਰੂਰ ਰੱਖਣਾ ਪੈਣਾ। ਮੈਨੂੰ ਲੱਗਦਾ 1-2 ਸਾਲ ਸ਼ਾਇਦ ਰੱਖਣਾ ਪੈਣਾ, ਕਿਉਂਕਿ ਇਹਦੀ ਸੈਕਿੰਡ ਵੇਵ ਹੋਣ ਦੀ ਸੰਭਾਵਨਾ ਹਰ ਜਿਹੜਾ ਮਨੋਵਿਗਿਆਨੀ ਉਹ ਕਰ ਰਿਹਾ, ਔਰ ਮੋਸਟ ਲਾਈਕਲੀ ਇਹ ਸਿਆਲ 'ਚ ਆਊਗੀ ਸੈਕਿੰਡ ਵੇਵ, ਜਦੋਂ ਫਲੂ ਦਾ ਵੀ ਸੀਜ਼ਨ ਜ਼ਿਆਦਾ ਹੁੰਦਾ।
ਦੂਜੀ ਇੱਕ ਸਟੱਡੀ ਜਿਹੜੀ ਮੈਨੂੰ ਹੁਣੇ ਥੋੜਾ ਚਿਰ ਪਹਿਲੋਂ ਸਿਕ ਚਿਲਡਰਨ ਟੋਰਾਂਟੋ, ਜਿਹੜਾ ਸਭ ਤੋਂ ਵੱਡਾ ਬੱਚਿਆਂ ਦਾ ਦੇਖ ਰੇਖ ਦਾ ਹਸਪੀਟਲ ਆ, BC ਚਿਲਡਰਨਸ ਨੰਬਰ 2 ਤੇ ਆਉਂਦਾ, ਸਿਕ ਕਿਡਸ ਟੋਰਾਂਟੋ ਨੰਬਰ 1 'ਚ ਆਉਂਦਾ। ਉਹਨਾਂ ਦੇ ਹੈਡ ਆਫ ਡਿਪਾਰਟਮੈਂਟ ਜਿਹੜੇ ਚਮੜੇ ਦੇ ਆ, ਉਹਨਾਂ ਨੇ ਸਾਰੇ ਹੀ ਪੀਡੀਆਟ੍ਰੀਸ਼ੀਅਨ ਨੂੰ, ਸਕਿਨ ਸਪੈਸ਼ਲਿਸਟ ਨੂੰ ਇੱਕ ਮੈਮੋਰੈਂਡਮ ਭੇਜਿਆ। ਉਹਦੇ ਵਿੱਚ ਦੇਖੋ ਅਸੀਂ ਲਰਨ ਕਰ ਰਹੇ ਹਾਂ ਅਜੇ ਇਸ ਵਾਇਰਸ ਬਾਰੇ। ਬੱਚਿਆਂ ਦੇ ਵਿੱਚ ਨਾ ਅਗਰ ਕੈਨੇਡਾ 'ਚ ਦੇਖੀਏ 19 ਸਾਲ ਤੋਂ ਥੱਲੇ ਤੇ ਸਿਰਫ 5% ਪੋਜ਼ਿਟਿਵ ਕੇਸਿਸ ਪਾਏ ਗਏ। ਉਹਦੇ ਚੋਂ ਸਿਰਫ 14 ਹਸਪੀਟਲ ਗਏ ਔਰ ਸਿਰਫ 2 ਨੂੰ ICU 'ਚ ਐਡਮਿਟ ਕਰਨਾ ਪਿਆ। ਲੇਕਿਨ ਅਗਰ ਆਪਾਂ ਬੱਚਿਆਂ 'ਚ ਦੇਖੀਏ, ਹੁਣ ਉਹਨਾਂ ਦੀ ਪ੍ਰੈਜੈਂਟੇਸ਼ਨ ਆ ਰਹੀ ਆ ਵੀ ਉਹਨਾਂ ਦੇ ਜਿਹੜੇ ਪੈਰ ਦੇ ਉਂਗਲੀਆਂ, ਇੱਕ ਤਾਂ ਆਪਾਂ ਕਹਿੰਦੇ ਨੇ ਅੰਗੂਠਾ, ਉਹਦੇ ਨਾਲ ਦੀਆਂ ਉਂਗਲੀਆਂ, ਉਹਦੇ ਵਿੱਚ ਛਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਪਰਪਲ ਰੰਗ ਹੋਣਾ ਸ਼ੁਰੂ ਹੋ ਜਾਂਦਾ। ਔਰ ਇਹ 20% ਜਿਹੜੇ ਬੱਚੇ, ਜਿਨ੍ਹਾਂ ਨੂੰ ਸਮਝੋ 100 ਬੱਚੇ ਲੈ ਲਈਏ, ਉਹਨਾਂ 'ਚ 20 ਦੇ ਵਿੱਚ ਇਹ ਫਾਈਂਡਿੰਗ ਆਪਾਂ ਦੇਖ ਰਹੇ ਆ ਵੀ ਉਹਨਾਂ ਨੂੰ ਅਚਾਨਕ ਜਿਹੜੇ ਹੈਗੇ ਛਾਲੇ ਹੋ ਕੇ, ਜਿੱਦਾਂ ਨਹੀਂ ਸਮਝੋ ਆਪਾਂ ਠੰਡ ਦੇ ਮੌਸਮ 'ਚ ਬਾਹਰ ਚਲੇ ਜਾਈਏ ਤੇ ਸਾਨੂੰ ਫਰੋਸਟ ਬਾਈਟ ਹੋ ਜਾਂਦੀ ਆ, ਲਗਭਗ ਉਹੋ ਜਿਹੀ ਪਿਕਚਰ ਜਿਹੜੀ ਦਿਖਣ ਨੂੰ ਮਿਲ ਰਹੀ ਆ। ਔਰ ਇਹਦੀ ਥਿਊਰੀ ਇਹ ਕੀਤੀ ਜਾ ਰਹੀ ਹੈ ਵੀ ਜਿਹੜਾ ਵਾਇਰਸ ਆ, ਬੱਚਿਆਂ ਦੀ ਜਿਹੜੀ ਸੂਖਸ਼ਮ ਬਲੱਡ ਵੈਸਲ ਆ, ਉਹਦੇ 'ਚ ਇਨਫਲੇਮੇਸ਼ਨ ਕਾਜ਼ ਕਰ ਰਿਹਾ, ਵਾਸਕੂਲਾਈਟਿਸ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ। ਮੈਨੂੰ ਲੱਗਦਾ ਥੋੜੀ ਜਿਹੀ ਤਕਨੀਕੀ ਦਿੱਕਤ ਡਾਕਟਰ ਸਾਹਿਬ ਦੀ ਜਿਹੜੀ ਸਾਡੇ ਨਾਲ ਕਨੈਕਸ਼ਨ। ਜੀ ਡਾਕਟਰ ਸਾਹਿਬ। ਹਾਂ, ਇਹ ਵੀ ਜਿਹੜੀ ਅਸੀਂ ਦੇਖ ਰਹੇ ਬੱਚਿਆਂ 'ਚ ਉਭਰ ਕੇ ਆ ਰਹੀ ਆ। ਨਾਲੇ ਜਿਹੜੇ ਦੂਜੇ ਹੈਗੇ ਆ ਐਡਲਟਸ ਦੇ ਵਿੱਚ ਵੀ ਕਈ ਵਾਰ ਇਹ ਉਹਨਾਂ ਦਾ ਜਿਹੜਾ ਹੈਗਾ ਹਾਰਟ ਨੂੰ, ਕਿਡਨੀਜ਼ ਨੂੰ, ਚਲੋ ਲੰਗਸ ਨੂੰ ਤਾਂ ਅਫੈਕਟ ਕਰਦਾ। ਸੋ ਇਹਦੇ ਬਾਰੇ ਹੋਰ ਸਾਨੂੰ ਇਨਫੋਰਮੇਸ਼ਨ ਜ਼ਿਆਦਾ ਆ ਰਹੀ ਆ ਤੇ ਮੈਂ ਇਸ ਪ੍ਰੋਗਰਾਮ ਦੇ ਰਾਹੀਂ ਕਹਿਣਾ ਚਾਹੂੰਗਾ, ਅਗਰ ਬੱਚੇ ਨੂੰ ਕੋਈ ਲੱਛਣ ਹੈਗੇ ਕੋਵਿਡ ਦੇ ਔਰ ਉਹਦੇ ਨਾਲ ਰੈਸ਼ ਹੋ ਰਿਹਾ ਤਾਂ ਪਲੀਜ਼ ਉਹਦਾ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ। ਹੋ ਸਕਦਾ ਉਹ ਰੈਸ਼ ਕੋਵਿਡ ਕਰਕੇ ਹੋਵੇ। 20% ਉਹਨਾਂ ਨੇ ਦੱਸਿਆ ਸਿਕ ਚਿਲਡਰਨ ਟੋਰਾਂਟੋ ਵਾਲਿਆਂ ਨੇ। ਡਾਕਟਰ ਸਾਹਿਬ, ਇਸ ਵੇਲੇ ਜਿੱਦਾਂ ਇੱਕਦਮ ਅੱਜ ਪਤਾ ਲੱਗਿਆ ਕਿ 71 ਕੇਸਿਸ ਸਾਹਮਣੇ ਆ ਗਏ ਆ, ਕੀ ਇਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਗਿਣਤੀ ਮਲਟੀਪਲਾਈ ਕਰਕੇ ਬਹੁਤ ਅੱਗੇ ਚਲੇ ਜਾਵੇ, ਜਾਂ ਅਸੀਂ ਇਸ ਵੇਲੇ ਸੇਫ ਹਾਂ? ਦੇਖੋ, ਅਸੀਂ ਤਾਂ ਸੇਫ ਹੈਗੇ ਆ, ਕਿਉਂਕਿ ਅਗਰ ਆਪਾਂ ਦੇਖੀਏ ਐਡਮਿਸ਼ਨਸ ਕਿੰਨੀ ਆ, ਡੈਥਸ ਕਿੰਨੀ ਆ, ਤੇ ਸਾਡੀ ਤਾਂ ਬਹੁਤ ਥੱਲੇ ਨੂੰ ਆ ਰਹੀ ਆ। ਮੈਕਸਿਮਮ ਸਾਡੇ ICU ਐਡਮਿਸ਼ਨ 70 ਦੇ ਲੱਗੇ, ਥੋੜੇ ਜਿਹੇ ਸੀ, ਮੈਕਸਿਮਮ ਐਡਮਿਸ਼ਨ ਸੀ 160 ਦੇ ਲੱਗੇ। ਸੋ ਉਸ ਹਿਸਾਬ ਦੇ ਨਾਲ ਤਾਂ ਅਸੀਂ ਬਹੁਤ ਥੱਲੇ ਆ ਚੁੱਕੇ ਹਾਂ। ਹੁਣ ਨੰਬਰ ਵਧਣਗੇ ਜਿਉਂ-ਜਿਉਂ ਟੈਸਟਿੰਗ ਵਧਾਈ ਜਾਊਗੀ, ਕਿਉਂਕਿ ਹੁਣ ਇਹ ਟੈਸਟਿੰਗ, ਅੱਜ ਮੈਨੂੰ ਇੱਕ ਵਿਅਕਤੀ ਦਾ ਫੋਨ ਆਇਆ, ਉਹ ਮੇਰਾ ਪੇਸ਼ੈਂਟ ਨਹੀਂ ਆ, ਲੇਕਿਨ ਉਹ ਕਿਉਂਕਿ ਰੇਡੀਓ ਪ੍ਰੋਗਰਾਮ, ਟੈਲੀਵਿਜ਼ਨ ਪ੍ਰੋਗਰਾਮ ਸੁਣਦਾ, ਕਿਸੇ ਨਾ ਕਿਸੇ ਜ਼ਰੀਏ ਤੋਂ ਮੇਰਾ ਸੈਲਫੋਨ ਨੰਬਰ ਉਹਨੇ ਲੈ ਕੇ ਕੀਤਾ। ਉਹਦੀ ਵਾਈਫ ਤੇ ਮੁੰਡੇ ਨੂੰ ਬਹੁਤ ਮਾਮੂਲੀ ਲੱਛਣ ਸੀ, ਸਿਰਫ ਉਹਦੀ ਵਾਈਫ ਨੂੰ ਸੁੰਘਣ 'ਚ 2 ਦਿਨ ਉਹਨੂੰ ਪ੍ਰੋਬਲਮ ਪਈ ਵੀ ਉਹਨੂੰ ਨੱਕ ਤੋਂ ਕੋਈ ਸੁੰਘਣ ਦੀ ਪ੍ਰੋਬਲਮ ਨਹੀਂ, ਉਹਨੂੰ ਕੋਈ ਸਮੈਲ ਨਹੀਂ ਆ ਰਹੀ ਸੀ। ਜੋ ਟੈਸਟ ਕਰਾਇਆ ਉਹ ਵੀ ਪੋਜ਼ਿਟਿਵ, ਵੱਡਾ ਮੁੰਡਾ ਵੀ ਪੋਜ਼ਿਟਿਵ। ਲੇਕਿਨ ਹੁਣ ਇਹਦਾ ਛੋਟਾ ਮੁੰਡਾ, ਉਹ ਇੱਕ ਸਪੈਸ਼ਲ ਨੀਡ ਆ, ਮੀਨਸ ਉਹ ਥੋੜਾ ਡਿਸੇਬਲਡ ਆ, ਉਹਨੂੰ ਹਾਰਟ ਪ੍ਰੋਬਲਮ ਆ, ਲੰਗਸ ਪ੍ਰੋਬਲਮ ਆ, ਉਹ ਨੱਕ ਦੇ ਵਿੱਚ ਟੈਸਟ ਵਾਸਤੇ ਪਾਉਂਦੇ, ਉਹ ਪਾਉਣ ਨਹੀਂ ਦਿੰਦਾ। ਹੁਣ ਉਹ ਬੜੀ ਗੰਭੀਰ ਸਿਚੁਏਸ਼ਨ ਹੋਈ ਪਈ ਆ। ਲੇਕਿਨ ਇਹੋ ਜਿਹਾ ਹੀ ਆ ਵੀ ਜਿਹਨੂੰ ਵੀ ਲੱਛਣ ਹੈਗੇ ਉਹ ਸਾਰਿਆਂ ਦੀ ਹੁਣ ਟੈਸਟਿੰਗ ਹੋ ਰਹੀ ਆ ਔਰ ਸਾਨੂੰ ਟੈਸਟਿੰਗ ਕਰਾਉਣੀ ਚਾਹੀਦੀ ਆ। ਇਹਦੇ ਨਾਲ ਹੀ ਪਤਾ ਲੱਗੂਗਾ ਵੀ ਆਵਾਮ 'ਚ ਕਿੰਨਾ ਕੁ ਲੋਕ ਹੈ ਜਿਨ੍ਹਾਂ ਨੂੰ ਕੋਵਿਡ ਹੋ ਚੁੱਕਿਆ। ਕਿਉਂਕਿ ਅਗਰ ਆਪਾਂ ਦੇਖੀਏ ਸਵੀਡਨ ਦੇ ਵਿੱਚ ਉਹਨਾਂ ਨੇ ਪੂਰਾ ਲਾਕਡਾਊਨ ਨਹੀਂ ਕੀਤਾ, ਉਹਨਾਂ ਨੇ ਸਕੂਲ ਵੀ ਸ਼ੁਰੂ ਰੱਖੇ, ਕੁਝ ਬਿਜ਼ਨਸ ਅਜਾਰੇ ਵੀ ਸ਼ੁਰੂ ਰੱਖੇ, ਤੇ ਉੱਥੇ 20% ਹੁਣ ਲੋਕੀ ਆ ਉਹਨਾਂ ਨੂੰ ਇਮਿਊਨਿਟੀ ਹੋ ਚੁੱਕੀ ਆ। ਇੱਕ ਹੁੰਦੀ ਹਰਡ ਇਮਿਊਨਿਟੀ, HERD। ਉਹਦੇ 'ਚ ਹੁੰਦਾ ਵੀ ਜਦੋਂ ਤੁਸੀਂ 50 ਤੋਂ 70% ਤੁਹਾਡੀ ਕਮਿਊਨਿਟੀ ਜਿਹੜੀ ਐਕਸਪੋਜ਼ ਹੋ ਗਈ ਉਹ ਜਰਾਸੀਮ ਨੂੰ, ਉਦੋਂ ਹੌਲੀ ਹੌਲੀ ਉਹ ਜਰਾਸੀਮ ਜਿਹੜਾ ਹੈਗਾ ਉਹਦੇ ਉੱਤੇ ਠੱਲ ਪੈਣੀ ਸ਼ੁਰੂ ਹੁੰਦੀ ਆ। ਹਾਲਾਂਕਿ ਉੱਥੇ ਮੌਤਾਂ ਕਰੀਬਨ 1750 ਹੋਈਆਂ, 10 ਮਿਲੀਅਨ ਦੀ ਉਹ ਕੰਟਰੀ ਆ। ਸੋ ਹੁਣ ਉਹ ਦੇਖ ਰਹੇ ਆ ਵੀ ਸ਼ਾਇਦ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਹਰਡ ਇਮਿਊਨਿਟੀ ਵਧੂਗੀ। ਲੇਕਿਨ ਹਰ ਇੱਕ ਕੰਟਰੀ ਦਾ ਅਲੱਗ-ਅਲੱਗ ਜੂਰਿਸਡਿਕਸ਼ਨ ਹੁੰਦਾ, ਹਰ ਇੱਕ ਕੰਟਰੀ ਇੰਨਾ ਰਿਸਕ ਨਹੀਂ ਲੈਣਾ ਚਾਹੁੰਦੀ। ਔਰ ਮੇਰੇ ਖਿਆਲ ਨਾਲ ਅਸੀਂ ਜੋ ਕੀਤਾ ਇਹ ਠੀਕ ਕੀਤਾ। ਗ੍ਰੈਜੂਅਲ ਐਕਸਪੋਜ਼ਰ, ਦੇਖੋ ਕਦੀ ਨਾ ਕਦੀ ਸਾਡਾ ਇਸ ਵਾਇਰਸ ਦੇ ਨਾਲ ਵਾਹ ਪੈਣਾ, ਔਰ ਅਗਰ ਨਹੀਂ ਪਿਆ ਤੇ ਤਦ ਤੱਕ ਸਾਡਾ ਟੀਕਾ ਆ ਜਾਣਾ, ਜਿਹਨੂੰ ਕਹਿੰਦੇ ਵੈਕਸੀਨ। ਇਸ ਵੇਲੇ ਮੈਨੂੰ ਹੋਰ ਇੱਕ ਰਸਾਲਾ ਆਇਆ ਸੀ ਅੱਜ ਦੁਪਹਿਰੇ ਵੀ WHO 150 ਕਲੀਨਿਕਲ ਟ੍ਰਾਇਲਸ ਕਰ ਰਿਹਾ ਡਿਫਰੈਂਟ ਚੀਜ਼ਾਂ ਦੀ ਇਸ ਵਾਇਰਸ ਵਾਸਤੇ, ਔਰ 5000 ਜਿਹੜੇ ਪੇਸ਼ੈਂਟ ਆ ਉਹਦੇ ਵਿੱਚ ਉਹ ਸ਼ਾਮਿਲ ਹੈਗੇ ਆ। ਕੱਲ ਮੈਂ ਆਪਣੇ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ ਵੀ ਜਿਹੜਾ ਹਾਈਡਰੋਕਸੀਕਲੋਰੋਕੁਇਨ, ਜਿਹਦੀ ਇੰਨੀ ਵੱਡੀ ਚਰਚਾ ਚੱਲ ਰਹੀ ਸੀ ਸਾਡੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਤੋਂ, ਉਹ ਬਿਲਕੁਲ ਕੰਮ ਨਹੀਂ ਕਰਦੀ। ਜਿਹੜੇ ਪ੍ਰੀਲਿਮਿਨਰੀ ਡੇਟਾ ਆਇਆ 358 ਪੇਸ਼ੈਂਟਸ ਦਾ, ਐਕਚੁਅਲੀ ਜਿਨ੍ਹਾਂ ਨੂੰ ਦਿੱਤੀ ਉਹਨਾਂ ਦੇ ਵਿੱਚ ਮੌਤ ਦੀ ਦਰ ਜ਼ਿਆਦਾ ਸੀ, ਕਿਉਂਕਿ ਇਹ ਦਵਾਈ ਦੇ ਨਾਲ ਹਾਰਟ ਦੇ ਕੰਪਲਿਕੇਸ਼ਨ ਔਰ ਕਿਡਨੀ ਦੇ ਕੰਪਲਿਕੇਸ਼ਨ ਵੀ ਹੁੰਦੇ, ਜਿਹਦੀ ਗੱਲ ਬਹੁਤ ਘੱਟ ਲੋਕੀ ਕਰਦੇ ਆ।
ਸੋ ਇਸ ਲਈ ਹਾਈਡਰੋਕਸੀਕਲੋਰੋਕੁਇਨ ਹੁਣ ਸਾਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਉਹ ਬਿਲਕੁਲ ਕੰਮ ਨਹੀਂ ਕਰਦੀ। ਡਾਕਟਰ ਬਰੂਸ ਐਲਵਰਡ ਜਿਹੜੇ WHO ਨੂੰ ਹਿਦਾਇਤ ਦਿੰਦੇ ਆ, ਉਹ ਨਿਊਫਲੈਂਡ ਦੇ ਜੰਪਲ ਹੈਗੇ ਆ, ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਿਰ ਆ, ਉਹ ਕਹਿੰਦੇ ਆ ਰੈਮਡੈਸਿਵਿਰ ਦੀ 2-3 ਟ੍ਰਾਇਲਾਂ ਜਿਹੜੀਆਂ ਹੈਗੀਆਂ ਉਹ ਠੀਕ ਆਈਆਂ। ਲੇਕਿਨ ਅਜੇ ਦੇਖੋ ਇਹ ਸਾਰੀਆਂ ਟ੍ਰਾਇਲਾਂ ਜਿਉਂ-ਜਿਉਂ ਆਉਣਗੀਆਂ ਤੇ ਉਹ ਸਟੱਡੀਜ਼ ਤੋਂ ਪਤਾ ਲੱਗੂਗਾ ਵੀ ਇਹ ਚੀਜ਼ ਕੰਮ ਕਰਦੀ ਕਿ ਨਹੀਂ ਕੰਮ ਕਰਦੀ। ਜਿਹੜਾ ਵੈਕਸੀਨ ਹੈਗਾ ਉਹ ਵੀ ਆਪਾਂ ਦੇਖੋ ਰੋਜ਼ ਸਾਂਝੀ ਕਰਦੇ ਖਬਰ, ਲੇਕਿਨ ਵੈਕਸੀਨ ਜਦ ਤੱਕ ਤੁਹਾਨੂੰ ਟੀਕਾ ਲੱਗਣ ਤਾਂ ਆਇਆ ਕਰੀਬਨ 12 ਤੋਂ 18 ਮਹੀਨਾ ਲੱਗਣਾ, ਕਿਉਂਕਿ ਉਹਨੂੰ ਉਸ ਪ੍ਰੋਸੈਸ ਤੋਂ ਜਾਣਾ ਪੈਣਾ। ਸੋ ਫਿਲਹਾਲ ਇਹੀ ਆ ਵੀ ਆ ਆਪਾਂ ਸੋਸ਼ਲ ਡਿਸਟੈਂਸ ਕਰਕੇ ਇਹ ਵਾਇਰਸ ਆਪਣੇ ਸਰੀਰ 'ਚ ਨਾ ਲਈਏ। ਅਗਰ ਆ ਜਾਂਦਾ ਤੇ 90% ਚਾਂਸ ਆ ਵੀ ਅਸੀਂ ਮਾਈਲਡ ਹੋਵਾਂਗੇ, ਕਰੀਬਨ 8% ਚਾਂਸ ਆ ਵੀ ਹਸਪੀਟਲ 'ਚ ਜਾਵਾਂਗੇ, 2-3% ਚਾਂਸ ਆ ਵੀ ICU 'ਚ ਐਡਮਿਟ ਹੋਵਾਂਗੇ। ਹੁਣ ICU ਦੇ ਵਾਲੇ ਵੀ ਨਾ ਜਿਹੜੇ ਵੈਂਟੀਲੇਸ਼ਨ ਆ, ਇੱਕ ਤਾਂ ਹੁੰਦਾ ਨਾ ਟਿਊਬ ਪਾ ਕੇ ਮੂੰਹ ਦੇ ਵਿੱਚੋਂ ਸਾਹ ਦੀ ਨਾਲੀ 'ਚ ਤੇ ਮਸ਼ੀਨ ਦੇ ਨਾਲ ਦੇਣੀ ਵੈਂਟੀਲੇਸ਼ਨ, ਉਦੋਂ ਫਿਰ ਇਨਸਾਨ ਨੂੰ ਬੇਹੋਸ਼ ਕਰਨਾ ਪੈਂਦਾ, ਉਹਨੂੰ ਨਸ਼ੇ ਵਾਲੀ ਦਵਾਈ ਦੇਣੀ ਪੈਂਦੀ ਆ, ਨਹੀਂ ਤਾਂ ਕੌਣ ਚਾਹੇਗਾ ਉਹਦੀ ਸਾਹ ਦੀ ਨਾਲੀ 'ਚ ਟਿਊਬ ਪਏ ਉਹ ਤੇ ਕੱਢ ਕੇ ਬਾਹਰ ਮਾਰੂਗਾ। ਲੇਕਿਨ ਦੂਜਾ ਹੁੰਦਾ CPAP, ਜਿਹੜਾ ਨੱਕ ਦੇ ਉੱਤੇ ਪ੍ਰੌਂਸ ਪਾ ਕੇ ਦੇਣੀ, ਉਹਦੇ 'ਚ ਇਨਸਾਨ ਥੋੜਾ ਬੋਲ ਵੀ ਸਕਦਾ, ਉਹਦੇ ਹੋਸ਼ ਹਵਾਸ ਵੀ ਹੁੰਦੇ ਆ, ਔਰ ਉਹ ਪ੍ਰੈਸ਼ਰ ਦੇ ਨਾਲ ਜਿਹੜੇ ਸਾਹ ਦੇ ਜਿਹੜੇ ਐਲਵੂਲਾ ਜਿੱਥੇ ਪਾਣੀ ਇਕੱਠਾ ਹੁੰਦਾ ਉਹਨੂੰ ਖੋਲ ਸਕਦਾ। ਔਰ ਇਹ CPAP ਜਿਹੜਾ ਹੈਗਾ ਕਾਫੀ ਲੋਕੀ ਜਿਨ੍ਹਾਂ ਨੂੰ ਸਲੀਪ ਐਪਨੀਆ ਹੁੰਦਾ ਉਹ 'ਚ ਵੀ ਯੂਜ਼ ਹੁੰਦੀਆਂ, ਉਹ ਮਸ਼ੀਨਾਂ ਘਰਾਂ 'ਚ ਪਈਆਂ, ਉੱਦਾਂ ਥੋੜੀ ਵੱਡੀ ਮਸ਼ੀਨ ਹੁੰਦੀ CPAP ਦੀ ਹਸਪੀਟਲ 'ਚ। ਸੋ ਅਸੀਂ ਹੋਰ ਲਰਨ ਕਰ ਰਹੇ ਹਾਂ ਵੀ ਡਿਫਰੈਂਟ ਮੈਥਡਸ ਦੇ ਨਾਲ ਵੀ ਵੈਂਟੀਲੇਸ਼ਨ ਕੀਤਾ ਜਾ ਸਕਦਾ। ਡਾਕਟਰ ਸਾਹਿਬ, ਇੱਕ ਸਰਦਾਰ ਹਰਦੇਵ ਸਿੰਘ ਜੌਲ ਪੁੱਛ ਰਹੇ ਆ ਵਿਲੀਅਮਸ ਲੇਕ BC ਤੋਂ, ਬਈ ਇਹ ਗਰਮੀਆਂ ਦੇ ਵਿੱਚ ਬਿਮਾਰੀ ਨੂੰ ਕੁਛ ਠੱਲ ਪੈ ਸਕਦੀ ਹੈ? ਦੋਸਤੋ, ਤੁਹਾਡਾ ਕਿਸੇ ਦਾ ਸਵਾਲ ਹੋਵੇ, ਡਾਕਟਰ ਸਾਹਿਬ ਸਾਡੇ ਨਾਲ ਨੇ, 10 ਮਿੰਟ ਹੋਰ ਤੁਸੀਂ ਫੇਸਬੁੱਕ ਦੇ ਉੱਤੇ ਥੱਲੇ ਲਿਖ ਸਕਦੇ ਹੋ। ਮੈਂ ਕੋਸ਼ਿਸ਼ ਕਰਦਾ ਡਾਕਟਰ ਸਾਹਿਬ ਨੂੰ ਜਿੰਨੀ ਕੁ ਗੱਲ ਪੁੱਛ ਸਕਾਂ। ਡਾਕਟਰ ਸਾਹਿਬ, ਸੰਖੇਪ ਦੇ ਵਿੱਚ ਦੱਸਿਓ ਵੀ ਗਰਮੀਆਂ ਦੇ ਵਿੱਚ ਉਹ ਕਹਿੰਦੇ ਕੋਈ ਠੰਡ ਪੈ ਜੂਗੀ ਉਹਨੂੰ ਜੀ? ਦੇਖੋ, ਇਹ ਜਿਹੜਾ ਕਰੋਨਾ ਵਾਇਰਸ ਹੈ ਫਲੂ ਵਾਇਰਸ ਦੇ ਹੀ ਲੱਛਣ ਕਰ ਰਿਹਾ ਸਾਡੇ ਲੰਗਸ ਨੂੰ। ਸੋ ਸਾਨੂੰ ਵੀ ਪਤਾ ਵੀ ਜਦੋਂ ਫਲੂ ਜਿਹੜਾ ਹੈਗਾ ਜਿਉਂ-ਜਿਉਂ ਸਮਰ ਹੁੰਦੀ ਆ, ਧੁੱਪਾਂ ਹੁੰਦੀਆਂ, ਉਹਦੀ ਦਰ ਘਟ ਜਾਂਦੀ ਹੈ। ਐਕਚੁਅਲੀ ਹੁਣ ਫਲੂ ਜਿਹੜੇ ਹੈਗੇ ਆ ਉਹਦੇ ਡਾਇਗਨੋਸਿਸ ਬਹੁਤ ਘਟਦੇ ਜਾ ਰਹੇ, ਉੱਦਾਂ ਵੀ ਅਪ੍ਰੈਲ 'ਚ ਆਲਮੋਸਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਔਰ ਮਈ 'ਚ ਤੇ ਬਿਲਕੁਲ ਹਟ ਜਾਂਦਾ ਕੈਨੇਡਾ ਦੇ ਵਿੱਚ। ਉੱਦਾਂ ਹੀ ਕਰੋਨਾ ਵਾਇਰਸ ਵੀ ਸੇਮ ਲੱਛਣ ਕਰ ਰਿਹਾ ਜਿਹੜਾ ਰੈਸਪੀਰੇਟਰੀ ਸਿਸਟਮ ਨੂੰ। ਇੱਕ ਬਿਲੀਵ ਸਿਸਟਮ ਹੈਗਾ ਵੀ ਜਿਉਂ-ਜਿਉਂ ਗਰਮੀ ਆਊਗੀ ਹੋ ਸਕਦਾ ਹੈ ਇਹਦੀ ਦਰ ਘਟੂਗੀ। ਦੂਜੀ ਪ੍ਰੋਬਲਮ ਇੱਥੇ ਖੜੀ ਹੁੰਦੀ ਆ ਵੀ ਜਦ ਇਹ ਫੈਲ ਰਿਹਾ ਸੀ ਉਦੋਂ ਸਿੰਗਾਪੁਰ ਦਾ ਟੈਂਪਰੇਚਰ 32 ਡਿਗਰੀ ਸੀ, ਹੁਣ ਕੇਰਲ ਦਾ ਟੈਂਪਰੇਚਰ 35 ਡਿਗਰੀ ਆ, ਬੰਬਈ ਦਾ ਟੈਂਪਰੇਚਰ 35 ਡਿਗਰੀ ਆ, ਉੱਥੇ ਵੀ ਫੈਲ ਰਿਹਾ। ਐਕਚੁਅਲੀ ਇੰਡੀਆ 'ਚ ਸਭ ਤੋਂ ਜ਼ਿਆਦਾ ਕੇਸਿਸ ਹੁਣ ਬੰਬੇ ਔਰ ਮਹਾਰਾਸ਼ਟਰ 'ਚ ਹੁੰਦੇ ਜਾ ਰਹੇ ਆ। ਸੋ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਜ਼ਰੂਰ ਧੁੱਪ ਲੱਗਣ ਦੇ ਨਾਲ ਇਹ ਚਲਾ ਜਾਊਗਾ। ਠੀਕ ਹੈ, ਹੋ ਸਕਦਾ ਇਹਦੀ ਦਰ ਥੋੜੀ ਘਟ ਜਾਏ। ਜਦੋਂ ਇਹਨੂੰ ਲੈਬ 'ਚ ਸਟੱਡੀ ਕਰਦੇ ਆ, ਮਿਚੀਗਨ ਇੰਸਟੀਚਿਊਟ ਆਫ ਟੈਕਨੋਲੋਜੀ, ਉਹਨਾਂ ਨੇ ਦੇਖਿਆ ਵੀ 3 ਡਿਗਰੀ ਤੋਂ 18 ਡਿਗਰੀ ਸੈਂਟੀਗ੍ਰੇਡ 'ਚ ਇਹ ਜ਼ਿਆਦਾ ਹੈਪੀ ਰਹਿੰਦਾ, 3 ਡਿਗਰੀ ਤੋਂ ਥੱਲੇ ਵੀ ਇਹਦੀ ਐਕਟੀਵਿਟੀ ਘਟ ਜਾਂਦੀ ਆ, ਤੇ 18 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਵੀ ਜਾਏ ਤੇ ਥੋੜੀ ਐਕਟੀਵਿਟੀ ਘਟ ਜਾਂਦੀ ਆ। ਲੇਕਿਨ ਕਿਉਂਕਿ ਇਹ ਨਵਾਂ ਵਾਇਰਸ ਹੈ, ਸਾਡੀ ਬੋਡੀ ਦੇ ਨਾਲ ਇਹਦਾ ਵਾਹ ਨਹੀਂ ਪਿਆ, ਇਸ ਲਈ ਕੁਝ ਵੀ ਨਹੀਂ ਪਤਾ, ਅਸੀਂ ਇਹਨੂੰ ਹੋਰ ਸਟੱਡੀ ਕਰ ਰਹੇ ਹਾਂ। ਦੂਜਾ ਹੁੰਦਾ ਵਾਇਰਲ ਲੋਡ। ਸਮਝੋ ਇੱਕ ਵਾਇਰਸ ਦਾ ਇੱਕ ਪਾਰਟੀਕਲ ਮੇਰੇ ਸਰੀਰ 'ਚ ਗਿਆ, ਹੋ ਸਕਦਾ ਮੈਂ ਉਹਨੂੰ ਵਿਨਾਸ਼ ਕਰ ਦਵਾਂ, ਮੈਨੂੰ ਟਰਬਲ ਹੀ ਨਾ ਆਵੇ। ਅਗਰ ਮੇਰੇ ਸਰੀਰ 'ਚ 10 ਮਿਲੀਅਨ ਵਾਇਰਸ ਪਾਰਟੀਕਲ ਗਏ, ਉਹਨੂੰ ਕਹਿੰਦੇ ਵਾਇਰਲ ਲੋਡ। ਥੋੜਾ ਜਿਹਾ ਮੈਂ ਐਕਸਪਲੇਨ ਕਰਨਾ ਚਾਹੁੰਦਾ। ਸਮਝੋ ਮੇਰੇ ਪੈਰ 'ਚ ਨਾ ਇੱਕ ਛੋਟੀ ਜੀ ਕਿਸੇ ਨੇ ਐਕਸੀਡੈਂਟਲੀ ਗਨ ਚਲਾਤੀ ਤੇ ਮੇਰੀ ਪਿੰਨੀ ਜਾਂ ਪੱਟ 'ਚ ਲੱਗ ਗਿਆ, ਉਹਦੇ ਨਾਲ ਥੋੜੀ ਮੌਤ ਹੋਏਗੀ ਮੇਰੀ, ਉਹ ਗੋਲੀ ਨਿਕਾਲੀ ਜਾ ਸਕਦੀ ਆ, ਬਲੱਡ ਲਾਸ ਵੀ ਘੱਟ ਹੋਊਗਾ। ਲੇਕਿਨ ਸਮਝੋ ਕੋਈ ਮਸ਼ੀਨ ਗਨ ਦੇ ਨਾਲ 500 ਗੋਲੀਆਂ ਮੇਰੇ ਉੱਤੇ ਚਲਾ ਦੇ ਤੇ ਮੇਰਾ ਬਚਣਾ ਅਸੰਭਵ ਆ। ਉਦਾਂ ਹੀ ਵਾਇਰਲ ਲੋਡ ਕਈ ਵਿਅਕਤੀਆਂ ਨੂੰ ਬਹੁਤ ਘੱਟ ਹੁੰਦਾ, ਕਈਆਂ ਨੂੰ ਜ਼ਿਆਦਾ ਹੁੰਦਾ। ਸੋ ਆਪਾਂ ਨੂੰ ਉਹ ਵੀ ਮਤਲਬ ਇਸ ਕੰਟੈਕਸਟ 'ਚ ਲੈ ਕੇ ਆਉਣਾ ਚਾਹੀਦਾ। ਮੇਰੀ ਪਰਸਨਲ ਥਿੰਕਿੰਗ ਹੈ ਵੀ ਸਮਰ 'ਚ ਇਹਦੀ ਦਰ ਘਟੂਗੀ ਕਿਉਂਕਿ ਇਹਦਾ ਸਟਰਕਚਰ ਫਲੂ ਵਾਇਰਸ ਜਿੱਦਾਂ ਹੀ ਸਾਨੂੰ ਪ੍ਰਤੀਕ ਹੁੰਦਾ। ਡਾਕਟਰ ਸਾਹਿਬ, ਇੱਕ ਹੋਰ ਸਵਾਲ। ਆਮ ਤੌਰ 'ਤੇ ਕਿਹਾ ਜਾਂਦਾ ਵੀ ਹਰ ਇੱਕ ਦੇਸ਼ ਦੇ ਵਿੱਚ ਇਹਦੀ ਇੱਕ ਪੀਕ ਆਉਂਦੀ ਆ, ਸਿਖਰ ਆਉਂਦਾ ਆ, ਔਰ ਸਿਖਰ ਤੋਂ ਬਾਅਦ ਇਹ ਥੱਲੇ ਨੂੰ ਜਾਣਾ ਸ਼ੁਰੂ ਹੋ ਜਾਂਦਾ, ਚਾਹੇ ਉਹ ਹੌਲੀ ਹੌਲੀ ਜਾਵੇ ਚਾਹੇ ਤੇਜ਼ੀ ਦੇ ਨਾਲ ਜਾਵੇ। ਕੀ ਕੈਨੇਡਾ ਦੇ ਵਿੱਚ ਉਹ ਪੀਕ ਆ ਚੁੱਕੀ ਆ? ਅਸੀਂ ਹੁਣ ਇਸ ਬਿਮਾਰੀ ਤੋਂ ਬਾਹਰ ਆ ਰਹੇ ਹਾਂ ਜਾਂ ਹਜੇ ਅਸੀਂ ਬਿਮਾਰੀ ਦੇ ਵੱਲ ਅੱਗੇ ਵਧ ਰਹੇ ਹਾਂ? ਦੇਖੋ, 2 ਪ੍ਰੋਵਿੰਸ ਆ ਜਿਨ੍ਹਾਂ ਦੇ ਵਿੱਚ ਅਜੇ ਟਰਬਲ ਹੈਗੀ, ਓਨਟਾਰੀਓ ਔਰ ਕਿਊਬੈਕ। ਬਾਕੀ ਸਾਰੇ ਪ੍ਰੋਵਿੰਸ ਤੇ ਟੈਰੀਟਰੀਜ਼ ਤੇ ਨੂਨਾਵਟ 'ਚ ਅਜੇ ਤੱਕ ਕੋਈ ਕੇਸ ਨਹੀਂ ਹੋਇਆ। 3 ਟੈਰੀਟਰੀਜ਼ ਆ ਤੇ 10 ਪ੍ਰੋਵਿੰਸ ਹੈ ਕੈਨੇਡਾ ਦੇ। ਸੋ ਇਹ ਸਾਰੇ ਥੱਲੇ ਨੂੰ ਆ ਰਹੇ, ਇਹਨਾਂ ਦੀ ਪੀਕ ਹੋ ਚੁੱਕੀ ਆ। ਜਿਹੜੇ ਓਨਟਾਰੀਓ ਔਰ ਕਿਊਬੈਕ ਆ ਉਹਦੇ ਉੱਤੇ ਹੁਣ ਆਪਾਂ ਕਹਿੰਦੇ ਆ ਪਲੇਟੋ, ਮਤਲਬ ਵੀ ਇੱਕ ਸਟ੍ਰੇਟ ਲਾਈਨ ਚੱਲ ਰਹੀ ਆ। ਉਹਦੇ ਬਾਅਦ ਇਹੀ ਹੁੰਦਾ ਵੀ ਉਹਨਾਂ ਨੇ ਥੱਲੇ ਨੂੰ ਆਉਣਾ। ਉਹਨਾਂ ਦੇ ਜਿਹੜੇ ਮੇਰੇ ਫਰੈਂਡਸ ਰਹਿੰਦੇ ਆ ਉੱਥੇ, ਉਹਨਾਂ ਦੇ ਨਾਲ ਮੈਂ ਗੱਲ ਕਰ ਰਿਹਾ, ਉਹ ਵੀ ਕਹਿ ਰਿਹਾ ਵੀ ਘੱਟ ਪੇਸ਼ੈਂਟਸ ਹਸਪੀਟਲ ਆ ਰਹੇ ਆ, ਘੱਟ ICU 'ਚ ਐਡਮਿਟ ਹੋ ਰਿਹਾ।
ਮੀਨਸ ਕਿਤੇ ਨਾ ਕਿਤੇ ਜਿਹੜੇ ਪੇਸ਼ੈਂਟ ਹੁਣ ਹਸਪੀਟਲ 'ਚ ਵੀ ਹੁੰਦੇ ਆ ਔਰ ਆਈਸੀਯੂ 'ਚ ਹੁੰਦੇ ਆ, ਉਹਨਾਂ ਨੂੰ 2 ਹਫ਼ਤੇ ਲੱਗਦੇ ਘਰ ਜਾਣ ਨੂੰ। ਸੋ ਉਹਨਾਂ ਨੂੰ ਹੁਣ 2 ਹਫ਼ਤੇ ਹੋਰ ਬਾਅਦ ਸਾਨੂੰ ਡੇਟਾ ਆਊਗਾ। ਲੇਕਿਨ ਇਸ ਵੇਲੇ ਮੈਂ ਕਹੂੰਗਾ ਵੀ ਓਵਰਆਲ ਕੈਨੇਡਾ ਦੇ ਵਿੱਚ ਪੀਕ ਆ ਚੁੱਕੀ ਆ ਔਰ ਇਹ ਥੱਲੇ ਨੂੰ ਹੀ ਆਊਗਾ। ਲੇਕਿਨ ਕਿਉਂਕਿ ਜਿਹੜੇ CDC ਦੇ ਮਾਹਿਰ ਆ ਅਮਰੀਕਾ ਦੇ ਔਰ ਡਾਕਟਰ ਬੋਨੀ ਹੈਨਰੀ ਨੇ ਵੀ ਅੱਜ ਕਾਪੀ ਕੀਤਾ ਉਹਨਾਂ ਦਾ ਸਟੇਟਮੈਂਟ ਵੀ ਸੈਕੰਡ ਵੇਵ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਔਰ ਉਹ ਆਊਗਾ ਸਿਆਲਾਂ ਦੇ ਵਿੱਚ। ਜਦੋਂ ਰੈਗੂਲਰ ਫਲੂ ਹੋਊਗਾ ਉਹਦੇ ਨਾਲ ਹੀ ਇਹ ਚੱਲੂਗਾ, ਉਦੋਂ ਹੋਰ ਤਰਾਸਦੀ ਪਊਗੀ ਕਿਉਂਕਿ ਰੈਗੂਲਰ ਫਲੂ ਦੇ ਨਾਲ ਵੀ ਬਜ਼ੁਰਗਾਂ ਨੂੰ ਟਰਬਲ ਹੁੰਦੀ ਆ। ਕਈ ਲੋਕਾਂ ਨੂੰ ਨਮੋਨੀਆ ਹੁੰਦਾ, ਹਸਪੀਟਲ 'ਚ ਐਡਮਿਟ ਕਰਨਾ ਪੈਂਦਾ, ਕਈਆਂ ਨੂੰ ਦੋਵਾਂ ਇਕੱਠਾ ਵੀ ਹੋ ਸਕੂਗਾ, ਇਨਫਲੂਐਂਜ਼ਾ ਤੇ ਕੋਵਿਡ। ਸੋ ਇਹ 2 ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਮਤਲਬ ਹੋਰ ਦੇਖਣੀਆਂ ਪੈਣਗੀਆਂ, ਕੇਅਰਫੁਲੀ ਵਾਚ ਕਰਨੀਆਂ ਪੈਣਗੀਆਂ। ਲੇਕਿਨ ਸਾਨੂੰ ਨਾ ਜਿਹੜੀ ਹਾਈਜੀਨ ਹੈਗੀ ਆ, ਹੱਥ ਧੋਣੇ, ਇਹ ਜ਼ਰੂਰ ਜਾਰੀ ਰੱਖਣਾ ਚਾਹੀਦਾ, ਡਿਸਟੈਂਸ ਜ਼ਰੂਰ ਮੇਨਟੇਨ ਕਰਨਾ ਚਾਹੀਦਾ, ਬਾਹਰ ਜਾਂਦੇ ਤੇ ਮਾਸਕ ਜ਼ਰੂਰ ਪਾਈਏ। ਬਾਕੀ ਦੇਖੋ ਹਰ ਇੱਕ ਚੀਜ਼ ਜਿਹੜੀ ਆ ਹੌਲੀ ਹੌਲੀ ਖੁੱਲੂਗੀ, ਬਿਜ਼ਨਸ ਅਦਾਰੇ ਵੀ ਖੁੱਲਣਗੇ, ਸਕੂਲਸ ਵੀ ਖੁੱਲਣਗੇ, ਜਿਹੜੇ ਰੈਸਟੋਰੈਂਟ ਆ ਮੇਰੇ ਖਿਆਲ ਨਾਲ ਉਹਨਾਂ ਦੇ ਖੁੱਲਣ 'ਚ ਥੋੜਾ ਟਾਈਮ ਆ। ਲੇਕਿਨ ਲੋਕੀ ਡਰ ਗਏ ਆ ਬਾਹਰ ਜਾਣੋਂ, ਲੋਕੀ ਬਹੁਤ ਜ਼ਿਆਦਾ ਹੁਣ ਅਵੋਇਡ ਕਰਨਗੇ ਕਰਾਊਡਡ ਪਲੇਸਿਸ 'ਚ ਔਰ ਇਸ ਵਾਇਰਸ ਨੇ ਸਾਡਾ ਜੀਵਨ ਦਾ ਜੇ ਇੱਕ ਢਾਂਚਾ ਹੈ ਉਹਨੂੰ ਇੱਕ ਕਿਸਮ ਦਾ ਬਦਲ ਕੇ ਰੱਖਤਾ। ਜੀ ਡਾਕਟਰ ਸਾਹਿਬ, ਇੱਕ ਹੋਰ ਸਵਾਲ ਦੇ ਨਾਲ ਹੀ ਇੱਕ ਗੱਲ ਇਹ ਕਹੀ ਜਾਂਦੀ ਹੈ ਵੀ ਜਿਹੜਾ ਵਾਇਰਸ ਆ ਇਹ ਹਰ ਦੇਸ਼ ਦੇ ਵਿੱਚ ਵੱਖਰਾ ਆ। ਵੀ ਇੰਡੀਆ ਦੇ ਵਿੱਚ ਕਹਿੰਦੇ ਮਾਈਲਡ ਆ ਬਹੁਤ, ਜਿਹੜਾ ਮਾਰ ਘੱਟ ਕਰਦਾ। ਨਿਊਯਾਰਕ ਦੇ ਵਿੱਚ ਜਿਹੜਾ ਪਹਿਲਾ ਵਾਇਰਸ ਸੀ ਹੁਣ ਉਹਦਾ ਕੋਈ ਰੂਪ ਬਦਲ ਗਿਆ, ਉਹਦੀ ਜਿਹੜੀ ਮਿਊਟੇਸ਼ਨ ਹੋ ਗਈ ਆ। ਇਹਦੇ ਬਾਰੇ ਵੀ ਕੋਈ ਸਰਚ ਹੈਗੀ ਕਿ ਇੱਕ ਹੀ ਵਾਇਰਸ ਆ ਕਿ ਹਰ ਦੇਸ਼ ਦੇ ਵਿੱਚ ਇਹਦਾ ਵੱਖਰਾ ਰੂਪ ਆ? ਨਹੀਂ, ਕਰੋਨਾ ਵਾਇਰਸ ਜਿਹੜਾ ਹੈਗਾ ਨਾ, ਇਹ ਜਿਹੜਾ ਹੁਣ ਚੱਲ ਰਿਹਾ ਜਿਹਨੂੰ ਕੋਵਿਡ ਕਰਦੇ ਆ, ਇਹ ਆਪਣਾ ਜੈਨੇਟਿਕ ਸਟਰਕਚਰ ਚੇਂਜ ਕਰ ਚੁੱਕਿਆ। ਵੱਡੇ 2 ਆ ਇਹਦੇ, S ਔਰ L ਟਾਈਪ। ਤੇ ਜਿਹੜਾ ਉਹ ਸੈਕੰਡ ਟਾਈਪ ਜਿਹੜਾ ਇਹਨੇ ਜੈਨੇਟਿਕ ਸਟਰਕਚਰ ਚੇਂਜ ਕੀਤਾ ਉਹ ਜ਼ਿਆਦਾ ਘਾਤਕ ਆ। ਉਹ ਜ਼ਿਆਦਾ ਅਸੀਂ ਇਟਲੀ 'ਚ ਦੇਖਿਆ, ਨਿਊਯਾਰਕ 'ਚ ਦੇਖਿਆ, ਕਾਫੀ ਕੰਟਰੀਆਂ 'ਚ ਜਿਹੜਾ ਮਾਈਲਡ, ਜਿਹੜਾ ਚਾਈਨਾ 'ਚ ਸ਼ੁਰੂ ਹੋਇਆ ਸੀ ਉਹ S ਟਾਈਪ ਸੀ, ਉਹ ਮਾਈਲਡ ਸੀ ਐਕਚੁਅਲੀ। ਔਰ ਕਾਫੀ ਦੂਜੇ ਜਿਹੜੇ ਦੇਸ਼ ਆ ਉਹਨਾਂ ਵਿੱਚ S ਟਾਈਪ ਜਿਹੜਾ ਫੈਲਿਆ। ਲੇਕਿਨ ਜਿਹੜਾ ਅਸੀਂ ਦੇਖਿਆ, ਕਿਉਂਕਿ ਇਹਦੇ ਜਿਹੜੇ ਸਾਰੇ ਇੱਕ ਜਿਹੜਾ ਜੈਨੇਟਿਕ ਸਟਰਕਚਰ ਹੈ ਉਹ ਦੇਖਣਾ ਪੈਂਦਾ। ਇਹਦੇ ਨਿਊਰੋ ਐਮਾਨੀਡੇਜ਼ ਤੇ ਹੈਕਸਾਮਾਨੀਡੇਜ਼ ਔਰ ਜਿਹੜੇ ਕੈਮੀਕਲ ਗਰੁੱਪ ਹੈਗੇ ਆ ਇਹਦੇ ਐਡੇਨੋਸਿਨ, ਸਾਈਟੋਸਿਨ ਔਰ ਜਿਹੜੇ ਪ੍ਰੋਟੀਨਸ ਹੈਗੇ ਉਹ ਸਾਰੇ ਸੀਕੁਐਂਸ ਕਰਨੇ ਪੈਂਦੇ ਆ। ਸੋ 2 ਕਿਸਮ ਦੇ ਹੁਣ ਇਹ ਕੋਵਿਡ ਵਾਇਰਸ ਚੱਲ ਰਿਹਾ। ਜਿਹੜਾ L1 ਵਾਲਾ ਉਹ ਜ਼ਿਆਦਾ ਘਾਤਕ ਹੈ, ਜਿਹੜਾ S1 ਆ ਉਹ ਥੋੜਾ ਮਾਈਲਡ ਹੈਗਾ। ਔਰ ਜਿੱਥੇ ਅਸੀਂ ਜ਼ਿਆਦਾ ਡੈਥਸ ਦੇਖੀਆਂ ਉੱਥੇ ਮੋਸਟਲੀ L ਟਾਈਪ ਚੱਲਦਾ। ਡਾਕਟਰ ਸਾਹਿਬ, ਮੈਂ ਮਾਫੀ ਚਾਹੁੰਦਾ, ਤੁਹਾਨੂੰ ਰੋਕ ਰਿਹਾ ਇੱਥੇ 1 ਮਿੰਟ ਲਈ। ਇੱਕ ਸਦਾ ਬਲਕਾਰ ਸਿੰਘ ਹੁਣੀ ਪੁੱਛਦੇ ਆ ਵੀ ਜਿਹੜਾ ਕਰੋਨਾ ਵਾਇਰਸ ਆ, ਆਮ ਖਾਂਸੀ ਜ਼ੁਕਾਮ ਵੀ ਕਰੋਨਾ ਬਣ ਸਕਦਾ ਜਾਂ ਕਰੋਨਾ ਉਦੋਂ ਹੀ ਹੋਣਾ ਜਿਹੜਾ ਕਰੋਨਾ ਵਾਲੇ ਨੂੰ ਟੱਚ ਕਰੂਗਾ? ਨਹੀਂ, ਦੇਖੋ ਇਹਦੇ ਲੱਛਣ, ਦੇਖੋ ਕਰੋਨਾ ਵਾਇਰਸ ਜਿਹੜਾ ਹੈਗਾ ਤੁਹਾਡੇ ਅੱਖ, ਮੂੰਹ ਔਰ ਨੱਕ ਦੇ ਰਾਹ ਅੰਦਰ ਜਾਂਦਾ, ਫਿਰ ਉਹ ਅੰਦਰ ਓਕੇ। ਜਿਹੜਾ ਇਹ ਵਾਇਰਸ ਐਕਚੁਅਲੀ ਇਨਰਟ ਹੈ। ਇਨਰਟ ਮੀਨਸ ਇਹਦੀ ਹੋਂਦ ਕੁਛ ਨਹੀਂ, ਜੋ ਇਹ ਆਪੇ ਮਲਟੀਪਲਾਈ ਨਹੀਂ ਕਰ ਸਕਦਾ। ਇਹ ਪਿਆ ਟੁਕੜਾ ਇੱਕ ਚੀਜ਼ ਦਾ ਪਿਆ, ਜਦੋਂ ਤੁਹਾਡੇ ਅੰਦਰ ਗਿਆ ਉਦੋਂ ਇਹਨੇ ਤੁਹਾਡੇ ਸੈੱਲ ਦੇ ਵਿੱਚ ਜਾ ਕੇ ਮਲਟੀਪਲਾਈ ਕਰਨਾ ਸ਼ੁਰੂ ਕਰ ਦੇਣਾ। ਨਹੀਂ ਡਾਕਟਰ ਸਾਹਿਬ, ਮੈਂ ਥੋੜੀ ਜਿਹਾ ਹੋਰ ਤਰ੍ਹਾਂ ਨੂੰ ਪੁੱਛ ਰਿਹਾ। ਉਹਨਾਂ ਦੇ ਪੁੱਛਣ ਦਾ ਮਤਲਬ ਇਹ ਹੈ, ਕਈ ਵਾਰੀ ਅਸੀਂ ਕਹਿੰਦੇ ਵੀ ਬੰਦੇ ਨੂੰ ਬੁਖਾਰ ਚੜ੍ਹਿਆ ਸੀ, ਬੁਖਾਰ ਵਿਗੜ ਗਿਆ ਤੇ ਉਹਦਾ ਕੁਛ ਹੋਰ ਬਣ ਗਿਆ। ਇੱਦਾਂ ਹੀ ਜੇ ਕਿਸੇ ਵਿਅਕਤੀ ਨੂੰ ਪਹਿਲਾਂ ਖਾਂਸੀ ਜ਼ੁਕਾਮ ਹੋ ਗਿਆ, ਬਈ ਉਹ ਜ਼ਿਆਦਾ ਚਿਰ ਰਹਿ ਕੇ ਉਹਦਾ ਕਰੋਨਾ ਬਣ ਸਕਦਾ ਜਾਂ ਇਹ ਕਰੋਨਾ ਤੋਂ ਕਰੋਨਾ ਹੀ ਹੋਣਾ? ਨਹੀਂ, ਦੇਖੋ ਖਾਂਸੀ ਜ਼ੁਕਾਮ ਦਾ ਸਿਰਫ ਕਰੋਨਾ ਇਨਫੈਕਸ਼ਨ ਨਹੀਂ ਹੁੰਦਾ। ਅਜੇ ਮੈਂ ਕਹੂੰਗਾ ਖਾਂਸੀ ਜ਼ੁਕਾਮ ਦਾ ਮੇਨ ਜਿਹੜਾ ਵਾਇਰਸ ਹੁੰਦਾ ਇਨਫਲੂਐਂਜ਼ਾ, ਪੈਰਾ ਇਨਫਲੂਐਂਜ਼ਾ, ਐਡੀਨੋ, ਰਾਈਨੋ, RSV, ਇਹ ਮੇਨ ਵਾਇਰਸ ਹੈ ਜਿਹੜੇ ਖਾਂਸੀ ਜ਼ੁਕਾਮ ਕਰਦੇ ਆ। ਜਾਂ ਕਦੀ ਬੈਕਟੀਰੀਅਲ ਇਲਨੈਸ ਵੀ ਹੋ ਸਕਦਾ। ਹੁਣ ਕਰੋਨਾ ਜਿਹੜਾ ਹੈਗਾ ਇਹ ਨਵਾਂ ਵਾਇਰਸ ਹੈ ਜਿਹਦੇ ਨਾਲ ਆਪਾਂ ਡੀਲ ਕਰ ਰਹੇ ਆ, ਇਹ ਵੀ ਕਰ ਸਕੂਗਾ, ਏਦਾਂ ਦੀ ਗੱਲ ਨਹੀਂ ਹੈਗੀ। ਲੇਕਿਨ ਦੂਜੇ ਵਾਇਰਸਿਸ ਵੀ ਕਰਦੇ ਆ ਸਰਦੀ ਜ਼ੁਕਾਮ। ਔਰ ਅਗਰ ਆਪਾਂ ਕਹੀਏ BC 'ਚ ਅਗਰ ਲੈਟਸ ਸੇ ਵੀ 2000 ਕੇਸਿਸ ਆ, ਲੈਟਸ ਸੇ ਵੀ 5000 ਕੇਸਿਸ ਆ, ਲੇਕਿਨ ਦੂਜੇ ਇਨਫਲੂਐਂਜ਼ਾ ਦੇ ਜਿਹੜੇ ਹੈਗੇ 25000 ਤੁਰੇ ਫਿਰਦੇ ਕੇਸਿਸ। ਸੋ ਇਹ ਮਤਲਬ ਵਨ ਆਫ ਦਾ ਰੀਜ਼ਨਸ ਫॉर ਸਿੰਪਟਮਸ। ਜੀ, ਤੇ ਡਾਕਟਰ ਸਾਹਿਬ ਇਹ ਇਦਾਂ ਵੀ ਕਿਸੇ ਦਿਨ ਹੋ ਜਾਊਗਾ ਵੀ ਜਦੋਂ ਇਹ ਤੁਸੀਂ ਪਹਿਲਾਂ ਜਿੱਦਾਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਸਾਰੇ ਲੋਕਾਂ ਦੇ ਵਿੱਚ ਇਹ ਆ ਜਾਵੇ, ਉਹਨਾਂ ਦੇ ਅੰਦਰ ਐਂਟੀਬਾਡੀਜ਼ ਡਿਵੈਲਪ ਹੋ ਜਾਣ ਤੇ ਇਹ ਵੀ ਬਾਕੀ ਜ਼ੁਕਾਮ ਜਾਂ ਬਾਕੀ ਵਾਇਰਸ ਵਾਂਗੂ ਹੀ ਹੋ ਜਾਵੇ? ਬਿਲਕੁਲ, ਮਤਲਬ ਇਹ ਬਹੁਤ ਵੱਡੀ ਪੋਸਿਬਿਲਿਟੀ ਆ। ਔਰ ਜਦੋਂ ਵੈਕਸੀਨਸ ਅਵੇਲੇਬਲ ਨਹੀਂ ਸੀ ਉਦੋਂ ਸਾਡੇ ਸਰੀਰ ਦੇ ਵਿੱਚ ਸਾਨੂੰ ਇਹ ਹੰਡਾਉਣੇ ਪੈਂਦੇ ਸੀ ਔਰ ਉਸ ਤੋਂ ਸਾਡੀ ਇਮਿਊਨਿਟੀ ਹੁੰਦੀ ਸੀ। ਹੁਣ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਣਾ, ਜਦੋਂ ਸਪੈਨਿਸ਼ ਫਲੂ ਹੋਇਆ 100 ਸਾਲ ਪਹਿਲਾਂ ਜੀ, ਜਿਹੜੇ ਨਾ ਯੰਗ ਐਡਲਟ ਆ ਉਹ ਜ਼ਿਆਦਾ ਮੌਤ ਦੇ ਸ਼ਿਕਾਰ ਹੋਏ ਔਰ ਬਜ਼ੁਰਗਾਂ ਨੂੰ ਜ਼ਿਆਦਾ ਨਹੀਂ ਹੋਇਆ।
ਕਿਤੇ ਨਾ ਕਿਤੇ ਹੋ ਸਕਦਾ ਵੀ ਉਹੀ ਸਟ੍ਰੇਨ ਬਜ਼ੁਰਗ ਮਾਈਲਡ ਵਾਲੀ ਆਪਣੀ ਲਾਈਫ 'ਚ ਕਿਤੇ ਨਾ ਕਿਤੇ ਹੰਡਾ ਚੁੱਕੇ ਸੀ, ਉਹ ਸੀ H1N1। ਸੋ ਇਹ ਜਿਹੜਾ ਹੈਗਾ ਹੁਣ ਆ ਕਰੋਨਾ ਦਾ ਸਟ੍ਰੇਨ ਹੈਗਾ COVID-19, ਇਹ ਬਜ਼ੁਰਗਾਂ ਦੇ ਉੱਤੇ ਜ਼ਿਆਦਾ ਹਾਵੀ ਹੋ ਰਿਹਾ। ਐਡਲਟਸ ਜਿਹੜੇ ਹੈਗੇ ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਹੈਗਾ ਉਹ ਚੰਗਾ ਜੀ। ਸੋ ਇਸ ਕਰਕੇ ਹਰ ਇੱਕ ਵਾਇਰਸ ਜਿਹੜਾ ਹੈਗਾ ਉਹ ਆਪਣਾ ਆਪਣਾ ਜ਼ੋਰ ਦਿਖਾਉਂਦਾ। ਹੁਣ ਇਮਿਊਨਿਟੀ ਦੀ ਗੱਲ ਹੁੰਦੀ ਆ, ਉਹਦੇ ਉੱਤੇ ਤਿੰਨ ਚੀਜ਼ਾਂ ਹੁੰਦੀਆਂ। ਪਹਿਲੀ ਗੱਲ ਤੇ ਹੈਗੀ ਕਈ ਲੋਕਾਂ ਨੂੰ ਇਮਿਊਨਿਟੀ ਹੋ ਚੁੱਕੀ ਆ, 3 ਮਹੀਨੇ ਤੱਕ ਵੀ ਚਾਈਨਾ ਤੋਂ ਡੇਟਾ ਆ ਰਿਹਾ ਵੀ ਬਿਲਕੁਲ ਐਂਟੀਬਾਡੀਜ਼ ਉਹਨਾਂ 'ਚ ਹੈਗੀਆਂ। ਸਾਊਥ ਕੋਰੀਆ ਤੋਂ ਡੇਟਾ ਆ ਰਿਹਾ ਸੀ ਵੀ ਕਈ ਲੋਕਾਂ ਦੀ ਐਂਟੀਬਾਡੀ ਦੀ ਲੈਵਲ ਘਟਣੀ ਸ਼ੁਰੂ ਹੋ ਗਈ ਆ। ਫਿਰ ਤੀਜਾ ਆਇਆ ਵੀ ਕਈ ਲੋਕਾਂ 'ਚ ਐਂਟੀਬਾਡੀ ਬਣੀ ਨਹੀਂ। ਸੋ ਹੁਣ ਇਹ ਵੀ ਜਿਹੜਾ ਵਾਇਰਸ ਕੀ ਕਰ ਰਿਹਾ ਵੱਖ-ਵੱਖ ਲੋਕਾਂ ਦੇ ਵਿੱਚ ਸਾਨੂੰ ਸਮਝ ਨਹੀਂ ਆ ਰਹੀ। ਕਿਤੇ ਨਾ ਕਿਤੇ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਕਿੱਦਾਂ ਐਂਟੀਬਾਡੀ ਰਿਸਪੌਂਡ ਕਰਦਾ ਇਹ ਪਤਾ ਨਹੀਂ। ਹੁਣ ਦੇਖੋ ਬੱਚਿਆਂ ਨੂੰ ਜਦੋਂ ਟੀਕੇ ਲਾਉਂਦੇ ਆ, ਕਈ ਵਾਰ ਇੱਕ ਟੀਕਾ ਨਹੀਂ ਲਾਉਂਦੇ, 2 ਮਹੀਨੇ 4 ਮਹੀਨੇ 6 ਮਹੀਨੇ 18 ਮਹੀਨੇ ਤੇ 5 ਸਾਲ 5 ਟੀਕੇ ਲੱਗਦੇ ਆ। 3 ਹੁੰਦੇ ਆ ਪ੍ਰੀਲਿਮਿਨਰੀ ਤੇ 2 ਹੁੰਦੇ ਬੂਸਟਰ। ਸੋ ਜਦੋਂ ਇਹਦਾ ਵੈਕਸੀਨ ਬਣੂਗਾ ਸ਼ਾਇਦ ਇਹਦੇ ਵਿੱਚ ਸ਼ਾਇਦ ਇੱਕ ਨਹੀਂ ਸਾਨੂੰ 2 ਜਾਂ 3 ਬੂਸਟਰ ਵੀ ਨਾਲ ਲਾਉਣੇ ਪੈਣ, ਕਿਉਂਕਿ ਹਰ ਇੱਕ ਦੀ ਐਂਟੀਬਾਡੀ ਲੈਵਲ ਅਲੱਗ-ਅਲੱਗ ਬਣ ਰਹੀ ਆ। ਸੋ ਉਹ 100% ਨਹੀਂ ਆ, ਕਰੀਬਨ 80% ਲੋਕਾਂ ਦੇ ਵਿੱਚ ਇਹ ਬਿਲੀਵ ਆ, ਕਿਸੇ ਨੇ ਰਿਸਰਚ ਨਹੀਂ ਕੀਤੀ ਵੀ ਐਂਟੀਬਾਡੀਜ਼ ਬਿਲਕੁਲ ਠੀਕ ਆ। 20% 'ਚ ਘੱਟ ਬਣ ਰਹੀਆਂ ਔਰ ਉਹਨਾਂ ਨੂੰ ਦੁਬਾਰਾ ਵੀ ਇਸ ਤੋਂ ਇਨਫੈਕਸ਼ਨ ਹੋ ਰਿਹਾ। ਡਾਕਟਰ ਸਾਹਿਬ, ਸਾਰਾ ਇਹ ਵਾਇਰਸ ਜਾਂ ਵੈਕਸੀਨ ਆਉਂਦੀ ਆ ਉਹਦੇ ਤੋਂ ਪਹਿਲਾਂ ਸਾਰਿਆਂ 'ਚ ਐਂਟੀਬਾਡੀਜ਼ ਬਣ ਜਾਂਦੀਆਂ, ਕੋਈ ਅੰਦਾਜ਼ਾ ਵੀ ਇਹਨੂੰ ਸਮਾਂ ਕਿੰਨਾ ਕੁ ਲੱਗਣਾ? 6 ਮਹੀਨੇ, ਸਾਲ? 2 ਸਾਲ ਤੱਕ ਮੇਰੇ ਖਿਆਲ ਨਾਲ ਸਾਨੂੰ ਪ੍ਰਿਪੇਅਰ ਰਹਿਣਾ ਚਾਹੀਦਾ। 2 ਸਾਲ ਡਾਕਟਰ ਸਾਹਿਬ ਇਦਾਂ ਹੀ ਰਹੂਗਾ ਜੀ ਸਾਰਾ ਕੁਝ? ਨਹੀਂ ਬੰਦ ਨਹੀਂ ਰਹੂਗਾ। ਅਸੀਂ ਸਭ्य ਹੋਵਾਂਗੇ, ਅਸੀਂ ਕੰਮਾਂ 'ਚ ਜਾਵਾਂਗੇ, ਲੇਕਿਨ ਸਾਨੂੰ ਹੱਥ ਜੋੜ ਕੇ ਦੂਰੋਂ ਹੀ ਫਤਿਹ ਬੁਲਾਉਣੀ ਪੈਣੀ ਆ। ਹੈਂਡਸ਼ੇਕ ਦਾ ਜ਼ਮਾਨਾ ਖਤਮ ਹੋ ਗਿਆ। ਅੱਛਾ ਜੀ। ਹੈਂਡਸ਼ੇਕ ਨਹੀਂ ਹੋਊਗਾ। ਅਸੀਂ ਦੂਰੋਂ ਇੱਕ ਦੂਜੇ ਨੂੰ, ਹੁਣ ਦੇਖੋ ਇੰਟਰਵਿਊਜ਼ ਵੀ ਆਪਾਂ ਕਰ ਸਕਦੇ ਹਾਂ 6 ਫੁੱਟ ਦੀ ਦੂਰੀ 'ਚ। ਅਸੀਂ ਕੰਮਾਂ 'ਚ ਵੀ ਜਾਵਾਂਗੇ। ਹੁਣ ਬੈਂਕ 'ਚ ਮੈਂ ਆਪਣੀ ਬੀਬੀ ਨੂੰ ਲੈ ਕੇ ਗਿਆ ਸੀ, ਬਹੁਤ ਜ਼ਰੂਰੀ ਕੰਮ ਸੀ ਉਹਨੂੰ, ਇੱਕ ਉਹਨਾਂ ਨੂੰ ਉੱਥੇ ਮੈਂ ਦੇਖਿਆ ਬੜਾ ਸੋਹਣਾ ਸਿਸਟਮ ਕੀਤਾ ਉਹਨਾਂ ਨੇ। ਬਕਾਇਦਾ ਉਹਨਾਂ ਨੇ ਫਰੰਟ 'ਚ ਰੱਖਿਆ ਇੱਕ ਮੁਲਾਜ਼ਮ ਜਿਹੜਾ ਚੈੱਕ ਕਰਕੇ ਇੱਕ ਵਿਅਕਤੀ ਨੂੰ ਅੰਦਰ ਜਾਣ ਦਿੰਦਾ, ਤੇ ਸਰਕਲਸ ਬਣਾਏ ਆ 6-6 ਫੁੱਟ ਦੇ, ਔਰ ਉਹਨਾਂ ਨੇ ਗਲਾਸ ਦੇ ਬੈਰੀਅਰਸ ਲਾਏ ਆ ਤਾਂ ਕਿ ਅਗਰ ਕੋਈ ਐਕਸੀਡੈਂਟਲੀ ਉਹ ਖੰਗਦੇ ਜਾਂ ਜਿਹੜੇ ਟੈਲਰ ਖੰਗਦੇ ਆ ਤਾਂ ਐਟਲੀਸਟ ਗਲਾਸ ਦੇ ਬੈਰੀਅਰ ਤੋਂ ਜਿਹੜਾ ਹੈਗਾ ਪ੍ਰੋਟੈਕਸ਼ਨ। ਸੋ ਇੱਕ ਨਵੀਂ ਸਾਡੀ ਵਰਕ ਸ਼ੈਲੀ ਬਣੂਗੀ। ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਕੋਈ ਵੀ ਪੈਂਡੇਮਿਕ ਹੁੰਦਾ ਉਹ ਸਦੀ ਵੀ ਨਹੀਂ ਰਹਿੰਦਾ, ਇਹ ਵੀ ਨਹੀਂ ਰਹੂਗਾ। ਸਭ ਤੋਂ ਜ਼ਿਆਦਾ ਜਿਹੜਾ ਡਾਕੂਮੈਂਟਡ ਆ, ਜਿਹੜਾ ਹਿਸਟਰੀ 'ਚ ਸਭ ਤੋਂ ਜ਼ਿਆਦਾ ਡਾਕੂਮੈਂਟਡ ਆ, ਉਹ ਸਪੈਨਿਸ਼ ਫਲੂ ਸੀ। ਉਹ 2 ਸਾਲ ਦਾ ਸੀ। ਸੋ ਇਸ ਲਈ ਕਈ ਜਿਹੜੇ ਐਪੀਡੈਮੀਓਲੋਜਿਸਟ ਆ ਉਹ ਉਹਦੇ ਨਾਲ ਇਹਨੂੰ ਲਿੰਕ ਕਰਨਾ ਚਾਹੁੰਦੇ ਆ, ਲੇਕਿਨ ਸਾਨੂੰ ਨਹੀਂ ਪਤਾ। ਹੋ ਸਕਦਾ ਵੀ ਸਾਡਾ ਲੱਕ ਹੋਵੇ ਵੀ ਇਹ ਖਤਮ ਹੋ ਜਾਏ ਆਉਣ ਵਾਲੇ 2-4-6 ਮਹੀਨੇ 'ਚ, ਉਹਦੇ ਬਾਅਦ ਕਦੀ ਨਾ ਆਵੇ। ਹੋ ਸਕਦਾ ਹੈ ਦੁਬਾਰਾ ਵੀ ਆਵੇ, ਹੋ ਸਕਦਾ ਇਹਦੇ ਨਾਲ ਸਾਡਾ ਵਾਹ ਅਗਲੇ ਸਾਲ ਵੀ ਬੰਦਾ ਰਹੇ, ਹੋ ਸਕਦਾ ਵੀ ਸਾਨੂੰ ਟੀਕਾ ਲਾ ਕੇ ਅਸੀਂ ਰਾਜੀ ਹੋਈਏ। ਇੱਕ ਮੂਵੀ ਹੈਗੀ ਸੀ 2011 'ਚ ਬਣੀ ਸੀ, ਕੰਟੇਜੀਅਨ। ਉਹ ਲਗਭਗ ਇਹਦੇ ਨਾਲ ਮਿਲਦਾ ਜੁਲਦਾ ਪੈਟਰਨ ਆ। ਲਗਭਗ ਉੱਥੋਂ ਹਾਂਗਕਾਂਗ ਤੋਂ ਵਾਇਰਸ ਚੱਲਦਾ, ਉਹ ਵੀ ਕਰੋਨਾ ਦਾ ਹੀ ਨਾਂ ਲੈਂਦੇ ਆ, ਲੇਕਿਨ ਕੋਵਿਡ ਨਹੀਂ ਨਾਂ ਲੈਂਦੇ। ਲੇਕਿਨ ਉਹ ਮੂਵੀ ਬਣੀ ਹੈ 9 ਸਾਲ ਪਹਿਲਾਂ, ਔਰ ਉਹਦਾ ਅਖੀਰ ਦਾ ਜਿਹੜਾ ਫਾਈਨਲ ਕਲਾਈਮੈਕਸ ਸੀ ਉਹ ਵੈਕਸੀਨ ਦੇ ਨਾਲ ਹੀ ਸੀ। ਕੁਝ ਵਿਅਕਤੀਆਂ ਨੂੰ ਇਮਿਊਨਿਟੀ ਹੈਗੀ ਸੀ ਉਸ ਦੇ ਵਿੱਚ ਵੀ, ਲੇਕਿਨ ਉਹ ਜ਼ਿਆਦਾ ਘਾਤਕ ਸੀ। ਸੋ ਮੂਵੀਜ਼ ਦੇ ਵਿੱਚ ਵੀ 8-9 ਸਾਲ ਤੋਂ ਪਹਿਲਾਂ ਇਹਦੇ ਬਾਰੇ ਦੱਸਿਆ ਗਿਆ। ਔਰ ਜਦੋਂ ਨਾ ਸਟਾਰਟਿੰਗ 'ਚ COVID-19 ਆਇਆ, ਸਭ ਤੋਂ ਜ਼ਿਆਦਾ ਨੈਟਫਲਿਕਸ ਤੇ ਕੋਈ ਮੂਵੀ ਵੇਖੀ ਗਈ ਤਾਂ ਉਹ ਮੂਵੀ ਦੇਖੀ ਗਈ ਸੀ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਬਹੁਤ ਹੀ ਸਾਡੀਆਂ ਜਿਹੜੀਆਂ ਸਾਡੇ ਸਧਾਰਨ ਜਿਹੇ ਸਵਾਲ ਹੁੰਦੇ, ਪਰ ਹਰ ਇੱਕ ਵਿਅਕਤੀ ਸਾਡੇ ਵਰਗਾ ਡਰਿਆ ਹੈ, ਉਹਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆ ਜਿਹੜੀ ਉਹ ਜਾਣਕਾਰੀ ਲੈਣਾ ਚਾਹੁੰਦਾ। ਵਾਇਰਸ ਤੋਂ ਜ਼ਿਆਦਾ ਤੇਜ਼ੀ ਨਾਲ ਅਫਵਾਹਾਂ ਫੈਲ ਰਹੀਆਂ, ਤੁਸੀਂ ਸਾਨੂੰ ਇੱਕ ਅਥੈਂਟਿਕ ਜਾਣਕਾਰੀ ਦਿੰਦੇ, ਇੱਕ ਪ੍ਰਮਾਣਿਕ ਸਾਡੇ ਤੱਕ ਸੂਚਨਾ ਪਹੁੰਚਾਉਂਦੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ। ਫਿਰ ਮੈਂ ਕਹੂੰਗਾ ਵੀ ਜਿਹੜੇ ਤੁਹਾਡੇ ਆਪ ਦੇ ਪ੍ਰੋਵਿੰਸ਼ੀਅਲ ਹੈਲਥ ਰੈਗੂਲੇਟਰਸ ਹੈਗੇ ਆ, ਚੀਫ ਮੈਡੀਕਲ ਆਫਿਸਰਸ ਆ, ਉਹ ਆਪਣੀ ਬਰੀਫਿੰਗ ਰੋਜ਼ ਦਿੰਦੇ ਆ, ਉਹਨੂੰ ਫੋਲੋ ਕਰੋ। ਲੇਕਿਨ ਇਹ ਬੜਾ ਸਿੰਪਲ ਹੈਗਾ ਜੋ ਆਪਾਂ ਕੀਤਾ, ਇਹ ਚੇਨ ਆਫ ਰਿਐਕਸ਼ਨ ਆਪਾਂ ਬ੍ਰੇਕ ਕੀਤਾ। ਹੁਣ ਹਸਪੀਟਲ ਦੇ ਵਿੱਚ ਦੇਖੋ ਬਹੁਤ ਘੱਟ ਐਡਮਿਸ਼ਨਸ ਆ, ICU 'ਚ ਬਹੁਤ ਘੱਟ ਆ। ਹੌਲੀ ਹੌਲੀ ਆਪਾਂ ਇਸ ਤਰਾਸਦੀ ਤੋਂ ਨਿਕਲਾਂਗੇ। ਲੇਕਿਨ ਜਿੱਦਾਂ ਨਹੀਂ ਇੱਕ ਲਾਈਟ ਦਾ ਬਟਨ ਹੁੰਦਾ, ਤੁਸੀਂ ਔਨ ਕੀਤਾ ਤੇ ਲਾਈਟ ਹੋ ਗਈ, ਆਫ ਕੀਤਾ ਆਫ ਹੋ ਗਈ, ਇਹ ਸਮਝੋ ਵੀ ਡਿਮਰ ਆ, ਤੇ ਹੌਲੀ ਹੌਲੀ ਡਿਮਰ ਤੋਂ ਆਪਾਂ ਫੁੱਲ ਲਾਈਟ 'ਚ ਜਾਣਾ। ਇਹਨੂੰ ਟਾਈਮ ਲੱਗਣ ਵਾਲਾ, ਥੋੜਾ ਸੰਯਮ ਰੱਖਣਾ ਔਰ ਪੇਸ਼ੈਂਸ ਰੱਖਣਾ। ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਦੋਸਤੋ, ਇਸ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਸਾਡੇ ਨਾਲ ਰੋਜ਼ ਆ ਕੇ ਗੱਲਬਾਤ ਕਰਦੇ ਨੇ, ਅਪਡੇਟ ਦਿੰਦੇ ਨੇ, ਔਰ ਇਹੋ ਜਿਹੇ ਔਖੇ ਸਮੇਂ ਦੇ ਵਿੱਚ ਕਮਿਊਨਿਟੀ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ
ਗੱਲ ਸਮਝਾਉਣੀ ਔਰ ਸਹੀ ਗੱਲ ਸਮਝਾਉਣੀ, ਇਹਦੀ ਸਾਨੂੰ ਬਹੁਤ ਲੋੜ ਸੀ ਔਰ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨੇ ਸਾਡੀ ਉਸ ਲੋੜ ਨੂੰ ਪੂਰਾ ਕੀਤਾ। ਡਾਕਟਰ ਸਾਹਿਬ ਦਾ ਇੱਕ ਵਾਰੀ ਫੇਰ ਸ਼ੁਕਰੀਆ। ਔਰ ਦੋਸਤੋ ਕੱਲ ਫੇਰ ਇਸ ਪ੍ਰੋਗਰਾਮ ਦੇ ਵਿੱਚ ਜੁੜਾਂਗੇ ਕੁਛ ਨਵੀਆਂ ਤਾਜ਼ੀਆਂ ਖਬਰਾਂ ਨਾਲ, ਕੁਛ ਕੋਵਿਡ-19 ਦੀਆਂ ਅਪਡੇਟਸ ਨਾਲ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। अलविदा दोस्तों। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।